ਸੱਪ ਇੱਕ ਅਜਿਹਾ ਜੀਵ ਹੈ ਜਿਹਦਾ ਨਾਂ ਸੁਣਦਿਆਂ ਹੀ ਸਾਡੇ ਸਰੀਰ 'ਚ ਕੰਬਣੀ ਛਿੜ ਜਾਂਦੀ ਹੈ। ਇੰਡੀਆ ਤੇ ਪੰਜਾਬ ਵਿੱਚ ਲੱਖਾਂ ਲੋਕ ਨੇ ਜਿਹੜੇ ਸੱਪ ਦੇ ਡੰਗਣ ਨਾਲ ਮਰ ਜਾਂਦੇ ਨੇ ਹਰ ਸਾਲ। ਤੇ ਇਸ ਕਰਕੇ ਸੱਪ ਜਿਹੜਾ ਹਮੇਸ਼ਾ ਸਾਡੇ ਲਈ ਇੱਕ ਮਨੁੱਖ ਲਈ ਖਤਰਾ ਬਣਿਆ ਵੀ ਰਿਹਾ ਹੈ। ਤੇ ਅੱਜ ਜਿਹੜੀਆਂ ਬਰਸਾਤਾਂ ਦਾ ਮੌਸਮ ਹੁਣ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਜ਼ਿਆਦਾਤਰ ਇਹ ਖਤਰਾ ਵੱਧ ਜਾਂਦਾ, ਕਿਉਂਕਿ ਸੱਪ ਜਿਹੜੇ ਨੇ ਇਸ ਮੌਸਮ 'ਚ ਵੱਧ ਜਾਂਦੇ ਨੇ। ਤੇ ਸੱਪ ਕੱਟਦਾ ਉਦੋਂ ਸਾਨੂੰ ਕਿਵੇਂ ਜ਼ਹਿਰ ਚੜ੍ਹਦਾ ਹੈ ਜਾਂ ਸੱਪ ਦੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਨੇ ਖਤਰਨਾਕ ਨੇ ਤੇ ਸਾਨੂੰ ਕੱਟਣ 'ਤੇ ਕੀ ਕਰਨਾ ਚਾਹੀਦਾ। ਅਜਿਹੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਨੇ ਪ੍ਰਿਤਪਾਲ ਸਿੰਘ ਜੀ ਪਟਿਆਲਾ ਤੋਂ, ਜੋ ਆਯੁਰਵੈਦਿਕ ਦਾ ਵੀ ਕੰਮ ਕਰਦੇ ਨੇ ਤੇ ਸੱਪ ਫੜ ਕੇ ਉਹਨਾਂ ਦਾ ਜ਼ਹਿਰ ਵੀ ਕੱਢਦੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਖੁਦ ਬਚਾਇਆ ਵੀ ਹੈ। ਸੱਪ ਦੇ ਡੰਗਣ ਵਾਲੇ ਜਿਹੜੇ ਸੱਪ ਤੋਂ ਡੰਗੇ ਗਏ ਸੀਗੇ ਉਹਨਾਂ ਨੂੰ ਜ਼ਹਿਰ ਤੋਂ ਬਚਾਇਆ। ਤੇ ਅੱਜ ਉਹ ਸਾਡੇ ਨਾਲ ਨੇ, ਅੱਜ ਇਹਨਾਂ ਨੂੰ ਪੁੱਛਾਂਗੇ ਵੀ ਇਹ ਮਸਲਾ ਸਾਰਾ ਕੀ ਹੈ ਤਾਂ ਕਿਵੇਂ ਆਪਾਂ ਇਹਦੇ ਤੋਂ ਬਚਾਅ ਕਰ ਸਕਦੇ ਹਾਂ। ਪ੍ਰਿਤਪਾਲ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪ੍ਰਿਤਪਾਲ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਸੱਪ ਜਿਹੜਾ ਬਰਸਾਤਾਂ ਦੇ ਮੌਸਮ 'ਚ ਜ਼ਿਆਦਾ ਆਉਂਦੇ ਨੇ ਤੇ ਘਰਾਂ 'ਚ ਵੀ ਵੜਦੇ ਨੇ। ਇਹ ਕਿਉਂ ਬਰਸਾਤੀ ਮੌਸਮ 'ਚ ਜ਼ਿਆਦਾ ਆਉਂਦੇ ਨੇ ਤੇ ਕਿਉਂ ਉਸ ਟਾਈਮ ਘਰਾਂ 'ਚ ਵੜਦੇ ਨੇ ਤੇ ਇਹਦੇ ਵਿੱਚ ਕਿਹੜੀਆਂ ਕਿਸਮਾਂ ਜਿਹੜੀਆਂ ਨੇ ਖਤਰਨਾਕ ਨੇ ਜਿਨ੍ਹਾਂ ਦਾ ਜਿਹੜਾ ਆਪਾਂ ਨੂੰ ਸਭ ਤੋਂ ਵੱਧ ਖਤਰਾ ਰਹਿੰਦਾ? ਇਹਦੇ ਵਿੱਚ ਮੇਨ ਕਾਰਨ ਇਹੀ ਹੈ ਜੀ, ਜਿਵੇਂ ਕਿ ਹੁਣ ਜੂਨ ਦਾ ਮਹੀਨਾ ਚੱਲ ਰਿਹਾ ਜੀ ਤੇ ਖੇਤਾਂ ਦੇ ਵਿੱਚ ਪਾਣੀ ਲੱਗ ਜਾਂਦਾ, ਜ਼ਿਮੀਂਦਾਰਾਂ ਨੇ ਜੀਰੀ ਲਾਉਣੀ ਹੈ, ਝੋਨਾ ਲਾਉਣਾ ਜੀ, ਇਹ ਬੇਘਰ ਹੋ ਜਾਂਦੇ ਨੇ। ਬੇਘਰ ਹੋ ਕੇ ਹੀ ਇਹ ਆਪਣੇ ਘਰਾਂ ਦੇ ਵਿੱਚ ਆਉਂਦੇ ਨੇ, ਹੋਰ ਕੋਈ ਕਾਰਨ ਨਹੀਂ ਹੈਗਾ। ਜਦੋਂ ਖੇਤਾਂ ਦੇ ਵਿੱਚ ਪਾਣੀ ਪੂਰਾ ਭਰ ਜਾਂਦਾ ਹੈ, ਕਿਤੇ ਜਗ੍ਹਾ ਨਹੀਂ ਮਿਲਦੀ, ਫਿਰ ਜਿੱਧਰ ਨੂੰ ਮੂੰਹ ਹੁੰਦਾ ਜੀ ਉੱਧਰ ਨੂੰ ਜਾ ਕੇ ਉਹਨੂੰ ਸ਼ਰਨ ਲੈਣੀ ਪੈਂਦੀ ਹੈ। ਕਿਤੇ ਆਪਣੇ ਘਰ ਦੇ ਵਿੱਚ ਆ ਗਿਆ, ਬਾਥਰੂਮ 'ਚ ਆ ਗਿਆ, ਕਿਤੇ ਵੀ ਹੋ ਗਿਆ। ਇਹ ਤਾਂ ਮੇਨ ਕਾਰਨ ਹੈ ਕਿ ਜਦੋਂ ਜੂਨ ਦੇ ਵਿੱਚ ਜੀਰੀ ਲੱਗਦੀ ਹੈ ਉਸੇ ਕਾਰਨ ਹੀ ਸੱਪ ਘਰਾਂ ਦੇ ਵਿੱਚ ਆਉਂਦੇ ਨੇ, ਹੋਰ ਕੋਈ ਕਾਰਨ ਨਹੀਂ ਹੈਗਾ। ਸੱਪਾਂ ਦੀਆਂ ਕਿਹੜੀਆਂ ਮੁੱਖ ਜਿਹੜੀਆਂ ਕਿਸਮਾਂ ਨੇ ਉਹ ਕਿਹੜੀਆਂ ਨੇ, ਖਾਸ ਕਰਕੇ ਜਿਹੜੀਆਂ ਜ਼ਹਿਰੀਲੀਆਂ ਨੇ ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਖਤਰਾ ਰਹਿੰਦਾ ਕਿ ਉਹਨਾਂ ਦੇ ਡੰਗਣ ਨਾਲ ਮੌਤ ਤੱਕ ਵੀ ਹੁੰਦੀ ਹੈ, ਉਹ ਤੁਹਾਨੂੰ ਕਿਹੜੀਆਂ ਕਿਸਮਾਂ ਤਾਂ ਲੱਗਦੇ ਨੇ? ਜਿਸ ਤਰ੍ਹਾਂ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਪੂਰੇ ਆਪਣੇ ਇੰਡੀਆ ਦੇ ਵਿੱਚ ਕਹੀਏ ਜੀ, ਕਿੰਗ ਕੋਬਰਾ, ਪਦਮ, ਜਲੇਪੀ, ਰੈਟਲ ਸਨੇਕ, ਸੰਖ ਚੂੜੀਆ, ਜਿਹਨੂੰ ਆਪਾਂ ਕਾਮਨ ਕ੍ਰੇਟ ਕਹਿੰਦੇ ਨੇ ਇੰਗਲਿਸ਼ ਦੇ ਵਿੱਚ, ਕਾਲੇ ਰੰਗ ਦਾ ਸੱਪ ਹੁੰਦਾ ਤੇ ਉਹਦੇ ਸਰੀਰ ਦੇ ਉੱਪਰ ਚਿੱਟੇ ਰੰਗ ਦੀਆਂ, ਜਿਹਨੂੰ ਕਾਲਾ ਕੌਡੀਆਂ ਵਾਲਾ ਵੀ ਕਹਿੰਦੇ ਆ। ਸਿਆਣੇ ਬਜ਼ੁਰਗਾਂ ਤੋਂ ਆਪਾਂ ਸੁਣਦੇ ਆਏ ਵੀ ਕਾਲਾ ਕੌਡੀਆਂ ਵਾਲਾ, ਉਹ ਜਿਹੜਾ ਕਾਲਾ ਕੌਡੀਆਂ ਵਾਲਾ ਕਾਮਨ ਕਰੈਤ ਸੱਪ ਹੈ ਕਿ ਉਹ ਕੋਬਰੇ ਤੋਂ ਵੀ ਖਤਰਨਾਕ ਹੈ ਜੀ। ਉਹਦੇ ਵਿੱਚ ਜੇ ਆਪਾਂ ਮੰਨ ਕੇ ਚੱਲੀਏ, ਇੱਕ ਵਾਰ ਦੇ ਵਿੱਚ ਉਹਦੇ ਵਿੱਚ ਇੰਨਾ ਕੁ ਜ਼ਹਿਰ ਹੁੰਦਾ ਹੈ ਕਿ 1 ਤੋਂ ਲੈ ਕੇ 60 ਬੰਦੇ ਮਾਰ ਸਕਦਾ ਇੱਕ ਵਾਰ ਦੇ ਪੋਇਜ਼ਨ ਦੇ ਨਾਲ। ਜੇ ਇੱਕ ਵਾਰੀ ਡੰਗ ਮਾਰਦਾ ਤੇ ਉਹ ਕਿੰਨੇ ਟਾਈਮ 'ਚ ਬੰਦਾ ਜਿਹੜਾ ਉਹ ਮਰ ਸਕਦਾ? ਦੇਖੋ, ਜੇ ਉਹਨੂੰ ਮੁੱਢਲੀ ਸਹਾਇਤਾ ਨਹੀਂ ਮਿਲਦੀ ਜੀ, ਜੇ ਉਹਨੂੰ ਮੁੱਢਲੀ ਸਹਾਇਤਾ ਨਹੀਂ ਮਿਲਦੀ ਤਾਂ ਉਹ 2 ਤੇ 3 ਘੰਟਿਆਂ ਦੇ ਵਿੱਚ ਉਹ ਖਤਮ ਹੋ ਜਾਏਗਾ ਬੰਦਾ ਜੀ। ਤੁਸੀਂ ਮੁੱਢਲੀ ਸਹਾਇਤਾ ਦੀ ਗੱਲ ਕੀਤੀ ਹੈ। ਅਕਸਰ ਜਿਹੜੇ ਬਹੁਤੇ ਲੋਕ ਨੇ ਜਦੋਂ ਸੱਪ ਡੰਗ ਮਾਰ ਜਾਂਦਾ ਉਦੋਂ ਉਹਨਾਂ ਦੇ ਵਿੱਚ ਦਿੱਕਤ ਆਉਂਦੀ ਕਿ ਉਹਨਾਂ ਨੂੰ ਉਸ ਟਾਈਮ ਸੰਭਾਲਣ ਦਾ ਜਾਂ ਸਮਝ ਨਹੀਂ ਆਉਂਦੀ ਕਿ ਹੁਣ ਕੀ ਕੀਤਾ ਜਾਏ। ਮੁੱਢਲੀ ਸਹਾਇਤਾ ਕੀ ਹੈ, ਉਹਦੇ ਵਿੱਚ ਕੀ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਫਿਰ ਕੀ ਕਰਨਾ ਚਾਹੀਦਾ? ਦੇਖੋ ਜੀ, ਜੇ ਕਿਸੇ ਨੂੰ ਬੰਦੇ ਨੂੰ ਕਿਤੇ ਵੀ ਰੱਬ ਨਾ ਕਰਾਏ ਕੋਈ ਸੱਪ ਲੜਦਾ ਹੈ, ਚਾਹੇ ਕੋਈ ਕਾਲਾ ਲੜਦਾ ਹੈ, ਚਾਹੇ ਕੋਈ ਜ਼ਹਿਰੀਲਾ ਲੜਦਾ ਹੈ, ਚਾਹੇ ਕੋਈ ਪਾਣੀ ਵਾਲਾ ਲੜਦਾ, ਆਪਾਂ ਨੂੰ ਮੌਕੇ 'ਤੇ ਕੋਈ ਨਹੀਂ ਪਤਾ, ਆਮ ਪਬਲਿਕ ਨੂੰ ਕੁਛ ਨਹੀਂ ਪਤਾ ਕਿ ਇਹ ਖਤਰਨਾਕ ਹੈ, ਕਿ ਇਹਦੇ ਵਿੱਚ ਜ਼ਹਿਰ ਹੈਗਾ ਕਿ ਨਹੀਂ ਹੈਗਾ। ਆਪਾਂ ਨੂੰ ਕਿਸੇ ਨੂੰ ਕੁਛ ਨਹੀਂ ਪਤਾ ਹੈਗਾ। ਜੋ ਜਾਣਕਾਰ ਬੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ। ਜਿਹਨੂੰ ਨਹੀਂ ਪਤਾ ਉਹਦੇ ਵਾਸਤੇ ਆਪਾਂ ਦੱਸਦੇ ਹਾਂ, ਸਾਰਿਆਂ ਨੂੰ ਦੱਸਦੇ ਹਾਂ। ਜੇ ਰੱਬ ਨਾ ਕਰਾਏ ਕਿਸੇ ਨੂੰ ਕਿਸੇ ਪ੍ਰਕਾਰ ਦਾ ਸਨੇਕ ਬਾਈਟ ਹੁੰਦਾ, ਸੱਪ ਲੜਦਾ, ਮਤਲਬ ਸੱਪ ਹਮੇਸ਼ਾ ਜਾਂ ਹੱਥ 'ਤੇ ਜਾਂ ਪੈਰ 'ਤੇ ਲੜਦਾ ਜੀ। ਹਮੇਸ਼ਾ ਸੱਪ ਜਾਂ ਹੱਥਾਂ 'ਤੇ ਲੜੇਗਾ। ਹੱਥ 'ਤੇ ਤਾਂ ਲੜੇਗਾ ਆਪਾਂ ਅਚਨਚੇਤ ਕਿਤੇ ਹੱਥ ਮਾਰ ਰਹੇ ਹਾਂ, ਆਪਾਂ ਨੂੰ ਉਹ ਚੀਜ਼ ਨਹੀਂ ਦਿਸ ਰਹੀ ਵੀ ਇੱਥੇ ਬੈਠਾ ਤਾਂ ਉਸਨੇ ਉਹ ਦੱਸ ਲੈਣਾ ਜੀ। ਪੈਰ 'ਤੇ ਤਾਂ ਲੜੇਗਾ ਆਪਾਂ ਚਲੇ ਜਾ ਰਹੇ ਹਾਂ, ਉਹਦੇ ਉੱਪਰ ਪੈਰ ਰੱਖਿਆ ਗਿਆ ਤਾਂ। ਜੇ ਸਨੇਕ ਬਾਈਟ ਹੱਥ 'ਤੇ ਜਾਂ ਪੈਰ 'ਤੇ ਹੁੰਦਾ ਤਾਂ ਉੱਥੋਂ ਮੁੱਢਲੀ ਸਹਾਇਤਾ ਇਹੀ ਹੈ ਜੀ ਕਿ ਬਚਣ ਵਾਸਤੇ ਕਿ ਆਪਾਂ ਟ੍ਰੀਟਮੈਂਟ ਮੌਕੇ ਦਾ ਫਸਟ ਟ੍ਰੀਟ ਕੀ ਕਰ ਸਕਦੇ ਹਾਂ। ਜੇ ਆਪਣੇ ਹੱਥ 'ਤੇ ਲੜਿਆ ਜੀ ਸੱਪ ਤਾਂ ਉੱਥੋਂ ਥੋੜ੍ਹੇ ਫਾਸਲੇ ਤੋਂ ਕੋਈ ਹਲਕੀ ਰੱਸੀ ਲੈਣੀ ਹੈ, ਥੋੜ੍ਹਾ ਜਿਹਾ, ਜ਼ਿਆਦਾ ਨਹੀਂ। ਕਈ ਵਾਰੀ ਕੋਈ ਬੰਦੇ ਜ਼ਿਆਦਾ ਟਾਈਟ ਕਹਿੰਦੇ ਵੀ ਜ਼ਿਆਦਾ ਟਾਈਟ, ਇੰਟਰਾਵੀਨੀਅਸ ਆਪਾਂ ਨੇ ਨਾੜੀ ਮਾੜੀ ਜੀ ਬਲੌਕ ਕਰਨੀ ਹੈ ਵੀ ਜਿਹੜਾ ਉਹਦਾ ਜ਼ਹਿਰ ਆ ਵੀ ਅੱਗੇ ਨੂੰ ਨਾ ਜਾਵੇ। ਇਹ ਸਮਝਣ ਵਾਲੀ ਗੱਲ ਹੈ ਕਿ ਜਦੋਂ ਬੰਦੇ ਨੂੰ ਮੁੱਢਲੀ ਸਹਾਇਤਾ ਮਿਲ ਗਈ ਤਾਂ ਡਾਕਟਰ ਵੀ ਉਹਦਾ ਇਲਾਜ ਕਰ ਸਕਦੇ ਆ, ਕਿਉਂਕਿ ਅੱਜ ਕੱਲ੍ਹ SV ਇੰਜੈਕਸ਼ਨ ਆਮ ਹੈ ਜੀ। ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਇਹਦਾ ਪੂਰਾ ਬਹੁਤ ਵਧੀਆ ਟ੍ਰੀਟਮੈਂਟ ਹੈ ਜੀ। ਇਹਦਾ ਕੋਈ ਐਸੀ ਗੱਲ ਨਹੀਂ ਹੈਗੀ। ਇਹ ਨਹੀਂ ਹੈਗਾ ਵੀ ਆਪਾਂ ਕਿਤੇ ਗੁੱਗਾ ਮਾੜੀ 'ਤੇ ਲੈ ਕੇ ਜਾਈਏ ਜਾਂ ਕਿਤੇ ਹੋਰ ਥੌਲੇ ਵਾਲੇ ਕੋਲ ਲੈ ਕੇ ਜਾਈਏ। ਕਈ ਸੱਪ ਐਸੇ ਹੁੰਦੇ ਆ, ਸਕਿੰਟਾਂ ਦਾ ਵੀ ਖੇਲ ਹੁੰਦਾ ਜੀ। ਅੱਛਾ, ਠੀਕ ਹੈ ਨਾ ਜੀ। ਉਹਦੇ ਵਿੱਚ ਆਪਣੇ ਟਾਈਮ ਦੀ ਬੱਚਤ ਕਰਨੀ ਹੈ। ਜੇ ਸੱਪ ਨੇ ਹੱਥ 'ਤੇ ਬਾਈਟ ਕੀਤੀ ਹੈ, ਉਹਨੂੰ ਇੱਥੋਂ ਬੰਨਿਆ ਜਾਵੇ ਜੀ। ਇੱਥੋਂ ਬੰਨ੍ਹ ਦਿਓ, ਇਸ ਤਰ੍ਹਾਂ ਬੰਨ੍ਹ ਕੇ ਜੇ ਬੰਦਾ ਹੋਰ ਕਰ ਸਕਦਾ ਤਾਂ ਥੋੜ੍ਹਾ ਜਿਹਾ ਹਲਕਾ ਜਿਹਾ ਉਹਦੇ ਚੀਰਾ ਲਾ ਦੇ ਜੀ। ਅੱਛਾ, ਕਿਉਂਕਿ ਜਿਸ ਜਗ੍ਹਾ 'ਤੇ ਡੰਗਿਆ ਉੱਥੇ ਮਾੜਾ ਜਿਹਾ ਚੀਰਾ ਲਾ ਦੇ ਬਲੇਟ ਨਾਲ ਜੀ। ਬਸ ਇਹ ਦੋਨੇ ਕੰਮ ਸਭ ਤੋਂ ਫਸਟ ਟਰੀਟ ਇਹੀ ਹੈ ਜੀ ਕਿ ਜਿਹੜੇ ਬੰਦੇ ਨੇ ਬੰਨ੍ਹਤਾ, ਮੈਂ ਤਾਂ ਜ਼ਿੰਦਗੀ ਦੇ ਵਿੱਚ ਮੇਰਾ 21 ਸਾਲ ਦਾ ਐਕਸਪੀਰੀਅੰਸ ਹੈ ਜੀ। ਮੈਂ ਇਹ ਮੰਨਦਾ ਕਿ ਜਿਹੜੇ ਬੰਦੇ ਨੇ ਬੰਨ੍ਹਤਾ ਨਾ, ਸਮਝ ਲਓ ਕਿ 50% ਉਹਨੇ ਉਹਦਾ ਟਰੀਟਮੈਂਟ ਕਰਤਾ। ਠੀਕ ਆ। ਉਸ ਤੋਂ ਬਾਅਦ ਜੀ
ਉਹ ਥੋੜਾ ਜਿਹਾ ਚੀਰਾ ਲਾ ਦਿੱਤਾ ਜਾਵੇ ਉਹਤੇ। ਜੇ ਹੋ ਸਕੇ ਤਾਂ ਜਿਹੜਾ ਆਪਾਂ ਘਰ ਦੇ ਵਿੱਚ ਨਮਕ ਇਸਤੇਮਾਲ ਕਰਦੇ ਹਾਂ ਸਬਜ਼ੀਆਂ ਦੇ ਵਿੱਚ, ਉਸ ਜ਼ਖਮ ਦੇ ਉੱਤੇ ਲਗਾਇਆ ਜਾਵੇ। ਅੱਛਾ। ਉਹ ਬਲੱਡ ਵੀ ਜਲਦੀ ਬਾਹਰ ਆਏਗਾ, ਬਲੱਡ ਬਾਹਰ ਆਏਗਾ ਤਾਂ ਪੋਇਜ਼ਨ ਵੀ ਆਏਗਾ। ਪੋਇਜ਼ਨ ਮੀਨ ਜ਼ਹਿਰ ਵੀ ਬਾਹਰ ਆਏਗਾ ਜੀ। ਬਸ ਇਹੀ ਹੈ ਜੀ, ਜਿੱਥੇ ਸੱਪ ਲੜਿਆ ਉੱਥੋਂ ਥੋੜਾ ਜਿਹਾ ਫਾਸਲਾ ਛੱਡ ਕੇ ਇਸ ਤਰ੍ਹਾਂ ਬੰਨ੍ਹ ਦਿੱਤਾ ਜਾਵੇ, ਚਾਹੇ ਪੈਰ ਤੇ ਲੜਿਆ ਚਾਹੇ ਹੱਥ ਤੇ ਲੜਿਆ ਜੀ। ਤਾਂ ਥੋੜਾ ਜਿਹਾ ਜੇ ਕੋਈ ਬੰਦਾ ਕਰਦਾ, ਜੇ ਨਹੀਂ ਚੀਰਾ ਲਾ ਸਕਦਾ ਗੱਲ ਵੱਖਰੀ ਹੈ ਜੀ। ਜੇ ਬੰਨ੍ਹਤਾ ਤਾਂ ਉਹ ਵੀ ਬਹੁਤ ਹੈ, ਜੇ ਥੋੜਾ ਜਿਹਾ ਚੀਰਾ ਲਾਤਾ ਤਾਂ ਉਸ ਤੋਂ ਜ਼ਿਆਦਾ ਬੈਟਰ ਹੈ ਜੀ। ਸੱਪ ਦਾ ਡੰਗਣ ਦਾ ਅਸਲ ਕਾਰਨ ਕੀ ਆਪਣੇ ਬਚਾਅ 'ਚ ਹੀ ਉਹ ਡੰਗਦਾ ਹੈ, ਜਾਂ ਉਹਨੂੰ ਕੋਈ ਉਹਦੀ ਆਦਤ ਹੁੰਦੀ ਹੈ, ਜਾਂ ਕੋਈ ਉਹਦੀ ਖੁਰਾਕ ਹੁੰਦੀ ਹੈ? ਕੀ ਰੀਜ਼ਨ ਕੀ ਹੁੰਦਾ ਇਹਦਾ ਬੇਸਿਕਲੀ? ਦੇਖੋ ਜੀ, ਰੀਜ਼ਨ ਇਹੀ ਹੈ ਜੀ, ਸੱਪ ਬਿਲਕੁਲ ਨਹੀਂ ਕਿਸੇ ਨੂੰ ਲੜਦਾ ਜੀ। ਸੱਪ ਵਰਗਾ ਸਿਆਣਾ ਕੋਈ ਜੀਵ ਨਹੀਂ। ਮੇਰਾ 21 ਸਾਲ ਦਾ ਤਜਰਬਾ ਹੈ ਜੀ, ਕਿ ਜਿੰਨਾ ਕਿ ਆਪਾਂ ਮੰਨਦੇ ਹਾਂ ਨਾ ਵੀ ਬੰਦੇ ਦਾ ਦਿਮਾਗ ਹੁੰਦਾ ਜੀ, ਇੰਨਾ ਹੀ ਦਿਮਾਗ ਰੱਖਦਾ ਜੀ। ਜੇ ਸੱਪ ਦਾ ਦਿਮਾਗ ਨਾ ਹੋਵੇ ਤੇ ਹਸਪਤਾਲ ਸੱਪਾਂ ਦੇ ਨਾਲ ਭਰੇ ਹੋਣ, ਬੰਦਿਆਂ ਦੇ ਨਾਲ। ਵੀ ਇਹ ਸੱਪ ਦੇ ਲੜੇ ਹੋਏ, ਜਿਵੇਂ ਕਰੋਨਾ ਦਾ ਚੱਲ ਰਿਹਾ ਜੀ ਅੱਜ ਕੱਲ੍ਹ, ਸੱਪ ਦੇ ਪੇਸ਼ੈਂਟ ਹੀ ਨਾ ਮੁੱਕਣ ਜੀ। ਕਿਉਂਕਿ ਸੱਪ ਇੰਨਾ ਸਿਆਣਾ ਹੁੰਦਾ ਹੈ, ਬੰਦੇ ਨੂੰ ਦੇਖਣ ਸਾਰੇ ਹੀ ਸਾਈਡ ਲੈਂਦਾ ਹੈ, ਠੀਕ ਹੈ, ਬਚਣ ਦੀ ਕੋਸ਼ਿਸ਼ ਕਰਦਾ। ਸੱਪ ਹਮੇਸ਼ਾ ਕਦੇ ਵੀ ਬੰਦੇ ਨੂੰ ਲੜਨ ਦੀ ਕੋਸ਼ਿਸ਼ ਨਹੀਂ ਕਰਦਾ, ਜਿੰਨਾ ਤੱਕ ਬੰਦਾ ਉਹਨੂੰ ਛੇੜੇ ਨਾ ਜਾਂ ਉਹਦੇ ਉੱਪਰ ਪੈਰ ਨਹੀਂ ਹੁੰਦਾ ਜੀ। ਮਤਲਬ ਹੀ ਨਹੀਂ ਹੈਗਾ ਜੀ। ਚਾਹੇ ਰਾਤ ਨੂੰ 10-20 ਬੰਦੇ ਮੋਟਰਾਂ ਤੇ ਸੁੱਤੇ ਪਏ ਨੇ, ਆਪਣੇ ਪ੍ਰਵਾਸੀ ਮਜ਼ਦੂਰ ਵਿਚਾਰੇ ਆਉਂਦੇ ਨੇ, ਜੀਰੀ ਲਾਉਣ ਵਾਸਤੇ ਆਏ ਨੇ, ਮੋਟਰਾਂ ਦੇ ਉੱਤੇ ਸੁੱਤੇ ਪਏ ਨੇ ਜੀ। ਉਹਨਾਂ ਦੇ ਉੱਤੇ ਰਾਤ ਨੂੰ 10-10, 20-20 ਸੱਪ ਲੰਘ ਜਾਂਦੇ ਨੇ, ਕਿਉਂਕਿ ਸਾਰਾ ਦਿਨ ਧੁੱਪ ਦੇ ਵਿੱਚ ਕੰਮ ਕੀਤਾ, ਰਾਤ ਨੂੰ ਬੇਫਿਕਰ ਹੋ ਕੇ ਸੌ ਗਏ। ਉਹਨਾਂ ਦੇ ਉੱਪਰ ਰਾਤ ਨੂੰ 10-10, 20-20 ਸੱਪ ਲੰਘ ਜਾਂਦੇ ਨੇ। ਮਤਲਬ ਨਹੀਂ ਹੈਗਾ ਕਿ ਉਹਨਾਂ ਨੂੰ ਲੜ ਜਾਣ ਜੀ, ਲੜਨ ਦਾ ਕਾਰਨ ਹੁੰਦਾ ਜੀ। ਸੱਪ ਨੂੰ ਕਿਵੇਂ ਭਿਣਕ ਪੈਂਦੀ ਹੈ ਕਿ ਬੰਦਾ ਉਹ ਦੇਖ ਆਪਣੀਆਂ ਅੱਖਾਂ ਨਾਲ ਜਾਂ ਕੰਨਾਂ ਨਾਲ ਕਿਸ ਸੈਂਸ ਦੇ ਨਾਲ ਉਹ ਜਿਹੜਾ ਪਛਾਣ ਕਰਦਾ ਕਿ ਬੰਦਾ ਮੇਰੇ ਵੱਲ ਆ ਰਿਹਾ, ਜਾਂ ਉਹ ਕਿਵੇਂ ਉਹਨੂੰ ਕਿਵੇਂ ਜੱਜ ਕਰਦਾ? ਦੇਖੋ, ਸੱਪ ਦੇ ਕੰਨ ਨਹੀਂ ਹੁੰਦੇ ਜੀ। ਉਹਦੇ ਜਿਹੜਾ ਸਰੀਰ ਆ ਸਾਰਾ ਹੀ ਵਾਈਬ੍ਰੇਸ਼ਨ ਹੈ ਜੀ। ਉਹਨੂੰ ਦੂਰੋਂ ਚਲੇ ਆਉਂਦੇ ਤਾਂ ਬੰਦੇ ਦਾ ਕੋਈ ਬੰਦਾ ਆ ਰਿਹਾ, ਜਾਨਵਰ ਆ ਰਿਹਾ, ਉਹਨੂੰ ਸਕਿੰਟ 'ਚ ਪਤਾ ਲੱਗ ਜਾਂਦਾ ਹੈ। ਉਹਨੇ ਇਹ ਨਹੀਂ ਬਾਇਓਡਾਟਾ ਉੱਤੇ ਕਿ ਅਟੈਕ ਕਰਨਾ ਹੈ ਜਾਂ ਕੋਈ ਉੱਤੇ ਹਮਲਾ ਕਰਨਾ ਹੈ, ਨਹੀਂ। ਉਹਨੇ ਆਪਣੀ ਸਾਈਡ ਕਰਨੀ ਹੈ ਜੀ, ਕਿ ਉਸ ਤੋਂ ਮੈਂ ਬਚ ਜਾਂ। ਚਾਹੇ ਪਸ਼ੂ ਆ ਰਿਹਾ ਹੈ, ਚਾਹੇ ਬੰਦਾ ਆ ਰਿਹਾ, ਕਿ ਉਹਨੂੰ 1 ਸੈਕਿੰਡ ਦੇ ਵਿੱਚ ਪਤਾ ਲੱਗ ਜਾਂਦਾ ਕਿ ਮੇਰੇ ਕੰਨੀ ਕੋਈ ਆ ਰਿਹਾ। ਹਾਂਜੀ। ਸੱਪ ਦੇ ਵਿੱਚ ਜਿੱਦਾਂ ਹੁਣ ਜਿਹੜੀਆਂ ਕਿਸਮਾਂ ਨੇ, ਜਦੋਂ ਹੁਣ ਇਹ ਆਪਾਂ ਨੂੰ ਕਿਸੇ ਨੂੰ ਪਤਾ ਲੱਗਦਾ ਕਿ ਸੱਪ ਇੱਥੇ ਹੈਗਾ, ਉਹਨੂੰ ਫੜਨ ਦਾ ਤਰੀਕਾ ਕੀ ਹੈ? ਜ਼ਿਆਦਾਤਰ ਲੋਕ ਜਿਹੜੇ ਨੇ ਉਹ ਮਾਰ ਦਿੰਦੇ ਨੇ ਸੱਪ ਨੂੰ, ਤੇ ਇੱਕ ਤਰ੍ਹਾਂ ਦੀ ਇਹ ਵੀ ਹੱਤਿਆ ਹੈ, ਪਰ ਉਹ ਆਪਣਾ ਬਚਾਅ ਵੀ ਕਰਦੇ ਨੇ। ਉਸ ਟਾਈਮ ਕੀ ਕਰਨਾ ਚਾਹੀਦਾ? ਸੱਪ ਦੇ ਬਚਾਅ ਤੋਂ ਹੀ ਉਹਨੂੰ ਵੀ ਨਾ ਮਾਰੀਏ ਤੇ ਬਚਾਅ ਵੀ ਹੋ ਜੇ, ਤੇ ਉਸ ਲਈ ਤੁਸੀਂ ਕੀ ਕਰਦੇ ਹੋ? ਦੇਖੋ ਜੀ, ਉਹਦੇ ਵਾਸਤੇ ਅਸੀਂ ਤਾਂ ਪਬਲਿਕ ਨੂੰ ਇਹੀ ਸੰਦੇਸ਼ ਦਿੰਦੇ ਹਾਂ ਕਿ ਕਿਸੇ ਦੇ ਵੀ ਘਰੇ ਆਉਂਦਾ ਹੈ। ਕਈ ਵਾਰੀ ਦੇਖਿਆ ਜੀ ਕਿ ਕਈ ਬੰਦੇ ਬੋਤਲ ਦੇ ਵਿੱਚ ਪਾਉਣ ਲੱਗ ਜਾਂਦੇ ਆ, ਉਹਦੇ ਵਿੱਚ ਵੀ ਕਈ ਬੰਦੇ ਮਾਰੇ ਗਏ ਜੀ। ਕਿ ਫੜ ਕੇ ਇਹਨੂੰ ਬੋਤਲ ਦੇ ਵਿੱਚ ਪਾ ਲੈਂਦੇ ਆ, ਬਾਲਟੀ ਦੇ ਵਿੱਚ ਪਾ ਲੈਂਦੇ ਆ, ਇਹਨੂੰ ਥੈਲੇ 'ਚ ਪਾ ਲੈਂਦੇ ਆ। ਉਹਦੇ ਬਾਰੇ ਜੱਜਮੈਂਟ ਨਹੀਂ ਹੁੰਦੀ ਵੀ ਹੁਣ ਕੀ ਕਰਨਾ ਜਾਂ ਕਿਵੇਂ ਬਚਣਾ, ਕਿਸੇ ਪ੍ਰਕਾਰ ਦਾ ਕੋਈ ਉਹਨਾਂ ਦਾ ਪਤਾ ਨਹੀਂ ਹੁੰਦਾ। ਤਾਂ ਉਹਦੇ ਵਿੱਚ ਵੀ ਕਈ ਬੰਦੇ, ਸਾਡੀ ਜਿੰਨੀ ਕਿ ਮੇਰੀ ਲਾਈਫ ਆ, ਮੈਂ ਦੇਖਿਆ ਕਈ ਬੰਦੇ ਮਰ ਗਏ ਜੀ, ਬੋਤਲ ਦੇ ਵਿੱਚ ਪਾਉਣ ਵਾਲੇ, ਬਾਲਟੀ ਦੇ ਵਿੱਚ ਪਾਉਣ ਵਾਲੇ। ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਜਦੋਂ ਵੀ ਘਰੇ ਸੱਪ ਆ ਜੇ, ਦੇਖੋ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ, ਜੇ ਕੋਈ ਹੋਰ ਚਾਰਾ ਨਹੀਂ ਤਾਂ ਉਹਦੇ ਵਿੱਚ ਮਾਰਨ ਦੇ ਵਿੱਚ ਹੀ ਫਾਇਦਾ ਜੀ। ਠੀਕ ਹੈ, ਕਿਉਂਕਿ ਆਪਣੇ ਫੈਮਿਲੀ ਹੈ, ਪਰਿਵਾਰ ਹੈ, ਬੱਚੇ ਨੇ। ਤੁਹਾਨੂੰ ਵੀ ਕਈ ਵਾਰੀ ਮੈਸੇਜ ਆਉਂਦੇ ਨੇ ਕਿ ਵੀ ਸਾਡੇ ਘਰ ਸੱਪ ਆ ਗਿਆ, ਉਹਨੂੰ ਤੁਸੀਂ ਫੜੇ ਨੇ ਸੱਪ, ਜਿਹੜਾ ਤੁਸੀਂ ਕਿਸ ਤਰੀਕੇ ਨਾਲ ਫੜਦੇ ਹੋ, ਤੇ ਜਿਹੜਾ ਬੀਨ ਦਾ ਸੱਪ ਦਾ ਕੀ ਸੰਬੰਧ ਹੈ? ਜ਼ਿਆਦਾਤਰ ਜਿਹੜਾ ਆਪਾਂ ਪਹਿਲਾਂ ਦੇਖਦੇ ਹਾਂ ਕਿ ਬੀਨ ਦੇ ਨਾਲ ਜਿਹੜੇ ਸਪੇਰੇ ਆਪਾਂ ਬੁਲਾਉਂਦੇ ਆ, ਉਹ ਸੱਪ ਨੂੰ ਉਹਦੇ ਨਾਲ ਆਪਾਂ ਫੜਦੇ ਹਾਂ, ਤੇ ਉਹਦਾ ਕੀ, ਉਹਦੇ ਵਿੱਚ ਕੀ ਰਾਜ ਹੈ? ਕਈ ਵਾਰੀ ਇਹ ਵੀ ਸੁਣਿਆ ਕਿ ਇਹ ਫੀਮੇਲ ਤੇ ਮੇਲ ਦਾ ਜਿਹੜਾ ਮਸਲਾ ਹੈ, ਉਹ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਆਪੋਜਿਟ ਕੱਢਣੀਆਂ ਪੈਂਦੀਆਂ ਨੇ, ਇਹ ਕੀ ਹੈ? ਦੇਖੋ ਜੀ, ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਆਪਾਂ ਕੰਟਰੀਆਂ ਦੀ ਗੱਲ ਕਰੀਏ ਜੀ, ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਜਾਂ ਅਮਰੀਕਾ ਦੀ, ਇਟਲੀ ਦੀ, ਰੂਸ ਦੀ, ਜਾਪਾਨ ਦੀ, ਜਰਮਨ ਦੀ, ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਬੀਨ ਦੀ ਟੋਨ ਕੀ ਹੁੰਦੀ ਹੈ। ਠੀਕ ਹੈ ਨਾ ਭਾਜੀ? ਉਹਦੇ ਵਿੱਚ ਇਹੀ ਹੁੰਦਾ ਵੀ ਜਿਵੇਂ ਆਪਣੇ ਇੱਧਰ ਬੀਨ ਦੇ ਉੱਤੇ ਸੱਪ ਆਉਂਦਾ ਤਾਂ ਉਹਦਾ ਇਹੀ ਕਾਰਨ ਹੁੰਦਾ ਹੈ, ਟੋਨ ਦੇ ਉੱਤੇ ਸੱਪ ਨਹੀਂ ਆਉਂਦਾ ਕਦੇ ਵੀ ਜੀ। ਜਿਵੇਂ ਛਪੇਰਾ ਟੋਨ ਵਜਾ ਰਿਹਾ, ਉਹਦੇ ਵਿੱਚ ਕਦੇ ਸੱਪ ਨਹੀਂ ਆਉਂਦਾ। ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰੈਕਟਿਸ ਹੁੰਦੀ ਹੈ, ਜੱਜਮੈਂਟ ਹੁੰਦੀ ਹੈ ਉਹਨਾਂ ਦੀ, ਵੀ ਜੇ ਕਿਸੇ ਦੇ ਘਰੇ ਸੱਪ ਆਇਆ ਤਾਂ ਉਹ ਕਿਵੇਂ ਨਿਕਲਦਾ ਬਾਹਰ ਬੀਨ 'ਤੇ। ਜਦੋਂ ਬੀਨ ਵਜਾਉਂਦੇ ਨੇ, ਉਹਦੇ ਵਿੱਚ ਜੇ ਅੱਗੇ ਨਰ ਹੈ ਤਾਂ ਉਹਨਾਂ ਨੇ ਮਾਦਾ ਦੀ ਆਵਾਜ਼ ਕੱਢਣੀ ਹੈ। ਉਹ ਨਰ ਨੂੰ ਮਹਿਸੂਸ ਹੁੰਦਾ ਕਿ ਮੇਰੀ ਮਾਦਾ ਬੁਲਾ ਰਹੀ ਹੈ ਬਾਹਰ ਮੈਨੂੰ, ਉਸ ਚੱਕਰ ਦੇ ਵਿੱਚ ਉਹ ਬਾਹਰ ਚਲਾ ਜਾਂਦਾ ਹੈ। ਜੇ ਅੱਗੇ ਮਦੀਨ ਹੋਵੇ ਤਾਂ ਉਹਨਾਂ ਨੇ ਨਰ ਦੀ ਆਵਾਜ਼ ਕੱਢਣੀ ਹੈ, ਉਹ ਮਦੀਨ ਬਾਹਰ ਚਲੀ ਜਾਂਦੀ ਹੈ। ਬਸ ਇਹ ਸਿਲਸਿਲਾ ਹੈ, ਬਾਕੀ ਟੋਨ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ ਜੀ। ਮਤਲਬ ਆਕਰਸ਼ਣ ਇੱਕ ਕਿ ਆਪੋਜਿਟ ਸੈਕਸ ਦਾ ਵੀ, ਉਹ ਨਰ ਹੈ ਤਾਂ ਮਾਦਾ ਨੇ ਉੱਧਰ ਨੂੰ ਜਾਣਾ। ਜੇ ਆਵਾਜ਼ ਨਰ ਦੀ ਉਹਨੇ ਕੱਢ ਦਿੱਤੀ ਸਪੇਰੇ ਨੇ, ਤਾਂ ਫਿਰ ਨਹੀਂ ਆਏਗਾ। ਬਿਲਕੁਲ ਜੀ, ਉਹਦੇ ਵਿੱਚ ਨਹੀਂ ਆਏਗਾ। ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੀ ਪ੍ਰੈਕਟਿਸ ਕਰਨੀ ਪੈਂਦੀ ਹੈ ਜੀ। ਉਹਦੇ ਵਿੱਚ ਵੀ ਬਹੁਤ ਜ਼ਿਆਦਾ ਉਹਨਾਂ ਦੀ ਨੌਲੇਜ ਹੈ ਜੀ, ਕਿ ਤਾਂ ਵੀ ਕਿਸ ਤਰ੍ਹਾਂ ਆਵਾਜ਼ ਕੱਢਣੀ। ਪਹਿਲੇ ਨੰਬਰ 'ਤੇ ਤਾਂ ਆਵਾਜ਼ ਨੂੰ ਸਮਝਣਾ ਹੀ ਔਖਾ ਹੈ ਜੀ, ਉਹਨੂੰ ਸਮਝਣ 'ਤੇ, ਕਿਉਂਕਿ ਜਿਹੜਾ ਖਾਨਦਾਨੀ ਪੇਸ਼ਾ ਹੁੰਦਾ ਹੈ, ਜ਼ਿਮੀਂਦਾਰ ਦੇ ਬੱਚੇ ਨੂੰ ਟਰੈਕਟਰ ਚਲਾਉਣ ਦੀ ਜਾਚ ਦੱਸਣੀ ਨਹੀਂ ਪੈਂਦੀ।
7-8 ਸਾਲ ਦਾ ਬੱਚਾ ਟਰੈਕਟਰ ਆਰਾਮ ਦੇ ਨਾਲ ਚਲਾ ਲੂਗਾ ਖੇਤ ਦੇ ਵਿੱਚ, ਰੋਡ ਪਰ ਵੀ ਚਲਾ ਲੂਗਾ। ਇਸੇ ਤਰ੍ਹਾਂ ਕਿ ਛਪੇਰੇ ਦੇ ਬੱਚੇ ਨੂੰ ਦੱਸਣਾ ਨਹੀਂ ਪੈਂਦਾ ਕਿ ਉਹ ਸੁਣਦਾ ਰਹਿੰਦਾ, ਦੇਖਦਾ ਰਹਿੰਦਾ ਹੈ। ਜੇ ਉਹੀ ਕੰਮ ਕਿਸੇ ਨਵੇਂ ਬੰਦੇ ਨੇ ਬਾਹਰਲੇ ਨੇ ਕਰਨਾ ਹੋਵੇ ਤੇ ਮੰਨ ਲਓ ਉਹਨੂੰ 20 ਸਾਲ ਵੀ ਲੱਗ ਜਾਣ ਤਾਂ ਵੀ ਸਮਝ ਨਾ ਆਵੇ ਜੀ ਵੀ ਨਰ ਮੱਧ, ਵੀ ਜੇ ਅੱਗੇ ਨਾਰਾ ਹੈ ਤਾਂ ਉਹਨੂੰ ਬਾਹਰ ਕਿਵੇਂ ਬੁਲਾਉਣਾ, ਜੇ ਅੱਗੇ ਮੱਧ ਹੈ ਤਾਂ ਉਹਨੂੰ ਬਾਹਰ ਕਿਵੇਂ ਬੁਲਾਉਣਾ ਜੀ। ਮਤਲਬ ਇਹ ਵੀ ਇੱਕ ਕਲਾ ਹੈ। ਤੇ ਤੁਹਾਡੇ ਤੁਸੀਂ ਆਪਣੇ ਜਿਹੜਾ ਜਿੰਨਾ ਕੰਮ ਤੁਸੀਂ ਇਸ ਸਬੰਧ ਵਿੱਚ ਕੀਤਾ ਉਹਦੇ ਵਿੱਚ ਤੁਸੀਂ ਕਿੰਨੇ ਕੁ ਸੱਪ ਫੜੇ ਨੇ, ਕਿੰਨੇ ਲੋਕਾਂ ਨੂੰ ਬਚਾਇਆ ਹੈ, ਤੇ ਤੁਹਾਡਾ ਤਰੀਕਾ ਕੀ ਹੈ ਸੱਪ ਫੜਨ ਦਾ? ਦੇਖੋ ਜੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ 50,000 ਤੋਂ ਉੱਪਰ ਸੱਪ ਫੜ ਚੁੱਕਿਆ ਜੀ, ਜਿਹਦੇ ਵਿੱਚ ਜਿਹੜੇ ਆਪਣੇ ਇੰਡੀਆ ਦਾ ਸੱਪ ਨੇ ਜਿੰਨੇ ਵੀ ਹੈ, ਕਿੰਗ ਕੋਬਰਾ, ਪਦਮ ਜਲੇਬੀ, ਰੇਟਲ ਸਨੇਕ, ਵੈਪਰਾ, ਰਸਲ ਵੈਪਰ, ਜਿੰਨੇ ਵੀ ਸੱਪ ਨੇ ਆਪਣੇ ਇੰਡੀਆ ਦੇ ਕੋਈ ਐਸਾ ਸੱਪ ਨਹੀਂ ਹੈਗਾ ਕਿਹੜਾ ਆਪਾਂ ਨਹੀਂ ਫੜਿਆ ਜੀ, ਸਾਰੇ ਫੜ ਚੁੱਕੇ ਹਾਂ। ਬਾਕੀ ਉਹਦੇ ਵਿੱਚ ਜਿਹੜਾ ਕੋਈ ਇਲਾਜ ਹੈ, ਜਿਹੜਾ ਕੋਈ ਸਾਡੀ ਸਮਝ ਦੇ ਵਿੱਚ ਆਉਂਦਾ ਹੈ, ਅਸੀਂ ਨੰਬਰ ਜਾਰੀ ਰੱਖਦੇ ਹਾਂ, ਪਬਲਿਕ ਦੇ ਵਿੱਚ ਪਬਲਿਸਿਟੀ ਕਰਦੇ ਹਾਂ ਜੀ, ਵੀ ਕਿ ਮੌਕੇ ਦੇ ਵਿੱਚ ਕਿਸੇ ਦੀ ਜਾਨ ਬਚ ਜੇ ਜ਼ਿਆਦਾ ਨਹੀਂ ਪਤਾ ਤਾਂ ਕਿਸੇ ਨੂੰ ਮੁੱਢਲੀ ਸਹਾਇਤਾ ਹੀ ਦੱਸ ਦਈਏ ਜੀ, ਠੀਕ ਹੈ ਜੀ। ਤਾਂ ਉਹਦੇ ਵਿੱਚ ਅਸੀਂ ਕਹਿੰਦੇ ਵੀ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ ਜੀ, ਕੋਈ ਬੰਦਾ ਜਾਣ ਤੋਂ ਬਚ ਜੇ ਜੀ, ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਜੀ। ਅਸੀਂ ਅਕਸਰ ਫਿਲਮਾਂ 'ਚ ਦੇਖਦੇ ਆਏ ਹਾਂ ਕਿ ਜਦੋਂ ਕੋਈ ਇੱਕ ਸੱਪ ਦਾ ਦੋਨਾਂ ਜੋੜਿਆਂ ਦੇ ਵਿੱਚੋਂ ਇੱਕ ਜਣਾ ਮਰ ਜਾਂਦਾ ਤੇ ਦੂਜਾ ਆਪਾਂ ਉਹ ਦੇਖਦੇ ਹਾਂ ਕਿ ਬਦਲਾ ਲੈਂਦਾ, ਜਾਂ ਕਈ ਇਹ ਧਾਰਨਾ ਬਣੀ ਹੈ ਕਿ ਜੋ ਦੋ ਸੱਪ ਲੜ ਰਹੇ ਨੇ ਤੇ ਦੂਜੇ ਤੇ ਤੁਸੀਂ ਕੱਪੜਾ ਪਾਤਾ ਕਾਲਾ ਤੇ ਉਹ ਬੜਾ ਕੰਮ ਆਉਂਦਾ। ਇਹ ਧਾਰਨਾਵਾਂ ਤੁਸੀਂ ਕਿਵੇਂ ਮੰਨਦੇ ਇਹਨਾਂ ਨੂੰ? ਦੇਖੋ ਜੀ, ਕਿਸੇ ਤੇ ਕੱਪੜਾ ਪਾਤਾ, ਸੱਪ ਦੋ ਲੜ ਰਹੇ ਨੇ ਉਹਦੇ ਉੱਤੇ ਕੱਪੜਾ ਪਾਤਾ, ਉੱਧਰੋਂ ਕਿਸੇ ਬੰਦੇ ਨੇ ਕਤਲ ਕੀਤਾ ਹੋਵੇ, ਉਹਦਾ ਵਿਟਨੈਸ ਵੀ ਹੋਵੇ, ਗਵਾਹ ਵੀ ਹੋਵੇ, ਮਤਲਬ ਉੱਧਰੋਂ ਉਹਦੇ ਕੋਲ ਬੰਦੇ ਦੇ ਵਿੱਚ ਜੇਬ ਵਿੱਚ ਕੱਪੜਾ ਵੀ ਹੋਵੇ, ਉੱਧਰ ਜੱਜ ਸਾਹਿਬ ਦੀ ਕਚਹਿਰੀ ਦੇ ਵਿੱਚ ਖੜਾ ਹੋਵੇ, ਤਾਂ ਮੈਂ ਇਹ ਮੰਨਦਾ ਕਿ ਇਹ ਨਹੀਂ ਹੋ ਸਕਦਾ ਕਿ ਉਹ ਕੱਪੜਾ ਕੰਮ ਕਰੇ ਜੀ। ਠੀਕ ਹੈ ਨਾ ਭਾਜੀ। ਇਹ ਕਹਿਣ ਦੇ ਵਿੱਚ ਫਿਲਮੀ ਸਟੋਰੀਆਂ ਬਹੁਤ ਸੁਣਨ ਦੇ ਵਿੱਚ, ਕਹਿਣ ਦੇ ਵਿੱਚ, ਦੇਖਣ ਦੇ ਵਿੱਚ ਬੜੇ ਮਜ਼ੇ ਵਾਲੀਆਂ ਗੱਲਾਂ ਨੇ, ਪਰ ਰੀਅਲ ਦੇ ਵਿੱਚ ਨਹੀਂ ਗੱਲਾਂ। ਪਰ ਬਦਲੇ ਨੂੰ ਲੈ ਕੇ ਨਾ ਬਹੁਤ ਸਾਰੀਆਂ ਫਿਲਮਾਂ ਬਣੀਆਂ ਹੋਈਆਂ ਨੇ ਸੱਪਾਂ ਤੇ, ਉਹ ਵੀ ਸੱਚਾਈ ਹੈਗੀ ਹੈ? ਕਿਉਂਕਿ ਹਿਊਮਨ ਨੇਚਰ ਵੀ ਜਿਹੜਾ ਇਦਾਂ ਦਾ ਕਿ ਉਹ ਆਪਣੇ ਸਾਥੀ ਦੀ ਮੌਤ ਤੇ ਬਦਲੇ ਦੀ ਜਿਹੜੀ ਭਾਵਨਾ ਉਹਦੇ ਅੰਦਰ ਹੈਗੀ ਹੈ, ਤੇ ਇਹ ਵੀ ਇੱਕ ਫੀਲ ਕਰਦੇ ਨੇ, ਮਹਿਸੂਸ ਕਰਦੇ ਨੇ। ਕੀ ਇਹ ਹੋ ਸਕਦਾ ਕਿ ਵਾਕਈ ਸੱਪ ਜਿਹੜਾ ਉਹ ਬਦਲਾ ਲੈਣ ਲਈ ਜੋੜੇ ਦੇ ਵਿੱਚੋਂ ਇੱਕ ਮਰਿਆ ਜਿਹੜਾ ਬਦਲਾ ਲੈਣ ਲਈ ਕੋਸ਼ਿਸ਼ ਕਰਦਾ? ਨਹੀਂ ਭਾਜੀ, ਇਹ ਕਲਪਨਾ ਹੈ, ਇਹ ਸਿਰਫ ਸੋਚ ਹੈ ਇਨਸਾਨ ਦੀ। ਜੇ ਆਪਣੇ ਏਰੀਏ ਦੇ ਵਿੱਚ ਆਪਾਂ ਨੇ ਫੀਮੇਲ ਮਾਰਤੀ, ਉਹਦਾ ਮੇਲ ਹੈਗਾ, ਤਾਂ ਆਪਾਂ ਉਹਦੇ ਪਰਿਵਾਰ ਵਾਲੇ ਮੈਂਬਰ ਨੇ, ਉਹ ਮੇਲ ਨੇ ਤਾਂ ਲੱਭਣੀ ਹੈ ਜੀ ਮੇਰੀ ਫੀਮੇਲ ਕਿਤੇ ਗਈ, ਚਾਹੇ ਉਹ ਸੱਪ ਹੈ, ਚਾਹੇ ਕੁੱਤਾ ਹੈ, ਚਾਹੇ ਕਬੂਤਰ ਹੈ, ਚਾਹੇ ਕੁਛ ਵੀ ਹੈ, ਉਹ ਕੋਈ ਜਾਨਵਰ ਆਪਾਂ ਰੱਖ ਲਈਏ ਜੀ, ਜੇ ਉਹਦੀ ਫੀਮੇਲ ਆਪਾਂ ਨਹੀਂ ਮਿਲ ਰਹੀ ਉਹਨੂੰ ਤਾਂ ਲੱਭੇਗਾ ਜੀ। ਜੇ ਫੀਮੇਲ ਨੂੰ ਮੇਲ ਨਹੀਂ ਲੱਭ ਰਿਹਾ ਤਾਂ ਉਹ ਲੱਭੇਗੀ ਜੀ। ਉਹਦੇ ਵਿੱਚ ਇਹ ਸੋਚ ਰਿਹਾ ਵੀ ਅਗਲਾ ਬਦਲਾ ਲੈ ਰਹੇ ਨੇ ਜੀ। ਉਹ ਤਾਂ ਇਨਸਾਨ ਦੀ ਸੋਚ ਹੈ ਜੀ, ਉਹ ਇੱਕ ਸਿਰਫ ਕਲਪਨਾ ਹੈ। ਇਨਸਾਨ ਕੁਝ ਵੀ ਸੋਚ ਸਕਦਾ ਜੀ ਆਪਣੇ ਮਤਲਬ ਨਾਲ, ਪਰ ਜਾਨਵਰ ਦੀ ਤੌਰ ਤੇ ਨਹੀਂ। ਉਹ ਇਸ ਤਰ੍ਹਾਂ ਨਹੀਂ ਸੋਚ ਸਕਦਾ ਕਿ ਇਹਨੇ ਮੇਰੀ ਫੀਮੇਲ ਮਾਰੀ ਹੈ ਕਿ ਤੇ ਮੈਂ ਵੀ ਇਹਦਾ ਬਦਲਾ ਲਵਾਂ, ਇਸ ਤਰ੍ਹਾਂ ਨਹੀਂ ਹੋ ਸਕਦਾ ਜੀ। ਮਤਲਬ ਕਿ ਇਹ ਤਾਂ ਹੈਗਾ ਕਿ ਉਹਦੀ ਭਟਕਣਾ ਹੁੰਦੀ ਹੈ ਕਿ ਮੇਰਾ ਸਾਥੀ ਮਰ ਗਿਆ, ਉਹਨੂੰ ਲੱਭ ਰਿਹਾ, ਪਰ ਇਦਾਂ ਦਾ ਕੁਝ ਨਿਸ਼ਾਨਾ ਨਹੀਂ ਉਹਨਾਂ ਦਾ ਹੁੰਦਾ ਕਿ ਕਿਸੇ ਨੇ ਮਾਰਿਆ ਤੇ ਉਹਨੂੰ ਫੜ ਕੇ ਅਸੀਂ ਡੰਗੀਏ। ਦੇਖੋ ਜੀ, ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਭਟਕਣਾ ਕਿਹਾ, ਤਾਂ ਜੇ ਫੀਮੇਲ ਮਾਰੀ ਗਈ ਤਾਂ ਮੇਲ ਇਹ ਨਹੀਂ ਪਤਾ ਵੀ ਉਹਨੂੰ 5 ਸਾਲ ਲੱਭਦਾ ਰਹੇ ਜੀ। ਜੇ ਮੇਲ ਮਾਰਿਆ ਗਿਆ ਤਾਂ ਫੀਮੇਲ ਇਹ ਨਹੀਂ ਪਤਾ ਵੀ 5 ਸਾਲ ਤੱਕ ਨਾ ਕੋਈ ਜੋੜਾ ਬਣਾਵੇ ਜੀ। ਠੀਕ ਹੈ ਨਾ ਜੀ। ਪਰ ਉਹਦੇ ਵਿੱਚ ਉਹ ਸਿਰਫ ਉਹਨਾਂ ਨੇ ਲੱਭਣਾ ਹੀ ਉਹਨੂੰ, ਉਹਦੇ ਵਿੱਚ ਉਹਦਾ ਕੋਈ ਨਿਸ਼ਾਨਾ, ਜਿਵੇਂ ਤੁਸੀਂ ਕਿਹਾ ਜੀ, ਉਹਦੇ ਵਿੱਚ ਕੋਈ ਨਿਸ਼ਾਨਾ ਨਹੀਂ ਗਾ ਵੀ ਜਿੰਨੇ ਮਾਰਿਆ ਵੀ ਮੈਂ ਵੀ ਉਹਨੂੰ ਮਾਰਨਾ ਜੀ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਜੋ ਆਪਾਂ ਇਹ ਗੱਲ ਅੱਜ ਕਹਿ ਰਹੇ ਹਾਂ ਤੁਹਾਡੇ ਮੀਡੀਆ ਥਰੂ, ਹੈ ਨਾ ਜੀ, ਤਾਂ ਇਹਦੇ ਵਿੱਚ ਕਿ 101% ਰੀਅਲ ਹੀ ਹੈ ਜੀ। ਅੱਛਾ, ਹੁਣ ਤੁਸੀਂ ਕੋਈ ਸੱਪ ਇਸ ਟਾਈਮ ਹੀ ਤੁਹਾਡੇ ਕੋਲ ਹੈਗਾ ਜਿਹੜਾ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਕਿ ਇਹ ਸੱਪ ਕਿਵੇਂ ਰਿਐਕਟ ਕਰਦਾ, ਉਹ ਕਿਸ ਤਰੀਕੇ ਨਾਲ ਜਿਹੜਾ ਉਹ ਮਹਿਸੂਸ ਕਰਦਾ, ਹੁਣ ਵੀ ਤੁਹਾਡੇ ਕੋਲ ਹੈਗਾ ਕੋਈ? ਬਿਲਕੁਲ ਜੀ, ਮੈਂ ਕੁਝ ਦੱਸਣਾ ਚਾਹਾਂਗਾ ਜੀ। ਬੇਨਤੀ ਹੈ ਜੀ, ਜਿਸ ਤਰ੍ਹਾਂ ਕਿ ਮੈਂ ਹੁਣ ਇਹ ਸੱਪ ਦਿਖਾਵਾਂਗਾ, ਜੇ ਕਿਸੇ ਵੀ ਪ੍ਰਕਾਰ ਦਾ ਕਿਸੇ ਨੂੰ ਸੱਪ ਕੋਈ ਬਾਈਟ ਕਰਦਾ ਘਰ ਦੇ ਵਿੱਚ ਰਾਤ ਨੂੰ ਜਾਂ ਦਿਨੇ, ਪਹਿਲੇ ਨੰਬਰ 'ਤੇ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਮੁੱਢਲੀ ਸਹਾਇਤਾ ਦੱਸੀ ਹੈ, ਪਹਿਲੇ ਨੰਬਰ 'ਤੇ ਆਪਾਂ ਉਹਦੀ ਮੁੱਢਲੀ ਟਰੀਟਮੈਂਟ ਕਰਨੀ ਹੈ ਜੀ। ਜੋ ਆਪਾਂ ਨੇ ਦੱਸਿਆ ਉਸ ਤਰ੍ਹਾਂ ਕਰਨਾ, ਜਿਸ ਤਰ੍ਹਾਂ ਕਿ ਬੰਨ ਲਾਤਾ ਹੈ ਜੀ, ਉਹਦੇ ਉੱਪਰ ਚੀਰਾ ਲਗਾਤਾ, ਉਹਦੇ ਉੱਪਰ ਨਮਕ ਲਗਾਤਾ ਜੀ। ਉਸ ਤੋਂ ਉੱਪਰ ਕੁਝ ਬਚਾਓ ਇਹ ਵੀ ਹੈ ਕਿ ਉਸ ਬੰਦੇ ਨੂੰ ਪਾਣੀ ਨਹੀਂ ਪਿਲਾਉਣਾ ਜੀ। ਪਾਣੀ ਮੰਗਦਾ ਜੀ ਬੰਦਾ, ਕਿਉਂਕਿ ਘਬਰਾ ਜਾਂਦਾ ਬੰਦਾ। ਇਹ ਨਹੀਂ ਵੀ ਸੱਪ ਲੜਨ ਕਰਕੇ ਪਾਣੀ ਮੰਗਦਾ। ਆਪਾਂ ਨੂੰ ਕੁੱਤਾ ਵੀ ਵੱਢ ਜੇ ਨਾ ਜੀ, ਤਾਂ ਉਸ ਬੰਦੇ ਨੂੰ ਇੱਕ ਤਰ੍ਹਾਂ ਦਾ ਘਬਰਾਹਟ ਹੋ ਜਾਂਦਾ ਜੀ। ਅਗਲਾ ਕਹਿੰਦਾ ਇਹਨੂੰ ਪਾਣੀ ਪਿਲਾਓ। ਜੇ ਬੰਦਾ ਅਚਨਚੇਤ ਚਾਹੇ ਤਾਂ ਸਾਈਕਲ ਤੋਂ ਵੀ ਗਿਰ ਗਿਆ ਨਾ, ਆਪਾਂ ਉਹਨੂੰ ਚੱਕਦੇ, ਆਪਾਂ ਕਹਿੰਦੇ ਇਹਨੂੰ ਪਾਣੀ ਪਿਲਾਓ। ਤਾਂ ਜਦੋਂ ਬੰਦੇ ਨੂੰ ਸੱਪ ਲੜਦਾ, ਆਪਾਂ ਇਹ ਕੋਸ਼ਿਸ਼ ਨਹੀਂ ਕਰਨੀ ਕਿ ਉਹਨੂੰ ਪਾਣੀ ਪਿਲਾ ਦਈਏ, ਕਿਉਂਕਿ ਜੇ ਆਪਾਂ ਪਾਣੀ ਪਿਲਾਤਾ ਤਾਂ ਸਮਝ ਲਓ ਕਿ ਉਹਦੀ 50% ਜ਼ਿੰਦਗੀ ਆਪਾਂ ਨੇ ਘੱਟ ਕਰਤੀ ਜੀ। ਹਾਂਜੀ, ਪਾਣੀ ਪਿਲਾਉਣ ਦੇ ਨਾਲ ਜਾਂ ਉਹਨੂੰ ਕੁਝ ਖਵਾਉਣ ਦੇ ਨਾਲ ਉਹਦੀ ਲੰਗਸ ਦੇ ਵਿੱਚ ਉਹ ਚੀਜ਼ ਨੇ ਜ਼ਿਆਦਾ ਕਵਰ ਕਰਨਾ ਜੀ ਉਹਨੂੰ। ਕਦੇ ਵੀ ਕਿਸੇ ਬੰਦੇ ਨੂੰ ਜੇ ਕੋਈ ਬਾਈਟ ਕਰਦਾ ਸੱਪ, ਤਾਂ ਉਹਨੂੰ ਪਾਣੀ ਨਹੀਂ ਪਿਲਾਉਣਾ, ਕੁਝ ਖਾਣ ਨੂੰ ਨਹੀਂ ਦੇਣਾ। ਜੇ ਤੁਸੀਂ ਬੰਨ੍ਹਤਾ
ਤਾਂ ਠੀਕ ਹੈ ਜੀ। ਉਸ ਤੋਂ ਬਾਅਦ ਬੰਨਣ ਤੋਂ ਬਾਅਦ ਜੇ ਤੁਸੀਂ ਜਿਹੜੀ ਮੁੱਢਲੀ ਸਹਾਇਤਾ ਆਪਾਂ ਨੇ ਦੱਸੀ ਆ ਉਹ ਕਰਤੀ, ਉਸ ਤੋਂ ਬਾਅਦ ਕੀ ਕਰਨਾ? ਉਸ ਤੋਂ ਬਾਅਦ ਨੂੰ ਸਿੱਧਾ ਕਿਤੇ ਵਧੀਆ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਜੀ, ਜਿੱਥੇ ASV ਅੱਜ ਕੱਲ੍ਹ ਹਰ ਇੱਕ ਹਸਪਤਾਲ ਦੇ ਵਿੱਚ ਉਪਲਬਧ ਹੈ। ਠੀਕ ਹੈ ਜੀ, ਐਂਟੀ ਸਨਿਕ ਵੈਕਸੀਨ। ਮਤਲਬ ਕਿ ਉਸ ਤੋਂ ਬਾਅਦ ਪਾਣੀ ਜਾਂ ਖਾਣ ਲਈ ਕੋਈ ਚੀਜ਼ ਜਿਹੜੀ ਉਹ ਵਰਤੋਂ 'ਚ ਨਹੀਂ ਲਿਆਉਣੀ, ਸਿੱਧਾ ਤੁਸੀਂ ਹਸਪਤਾਲ ਨੂੰ ਜਾਣਾ। ਬਿਲਕੁਲ ਜੀ, ਮੁੱਢਲੀ ਟ੍ਰੀਟਮੈਂਟ ਦਿਓ ਉਹਨੂੰ, ਜਿਸ ਤਰ੍ਹਾਂ ਆਪਾਂ ਨੇ ਦੱਸਿਆ ਹੈ, ਉਸ ਤਰ੍ਹਾਂ ਉਹਦੀ ਮਦਦ ਕਰੋ। ਤਾਂ ਉਸ ਤੋਂ ਬਾਅਦ ਉਹਨੂੰ ਖਾਣ ਵਾਸਤੇ ਕੁਝ ਜੋ ਵੀ ਮੰਗਦਾ, ਜੇ ਪਾਣੀ ਮੰਗਦਾ ਵਾਰੀ-ਵਾਰੀ, ਚਾਹੇ ਉਹ ਮਰ ਜੇ ਬੰਦਾ ਆਪਣੀ ਅੱਖਾਂ ਦੇ ਸਾਹਮਣੇ, ਉਹਨੂੰ ਪਾਣੀ ਨਹੀਂ ਦੇਣਾ। ਕਿਉਂ? ਉਹ ਮਰ ਨਹੀਂ ਸਕਦਾ, ਬੇਹੋਸ਼ ਹੋ ਸਕਦਾ। ਉਹਨੂੰ ਪਾਣੀ ਨਹੀਂ ਦੇਣਾ ਆਪਾਂ। ਜੇ ਪਾਣੀ ਦੇਵਾਂਗੇ ਤਾਂ ਜਿਹੜਾ ਉਹਦਾ ਪੋਇਜ਼ਨ ਹੈ ਤਾਂ ਉਹ ਡਬਲ ਕੰਮ ਕਰੇਗਾ ਜੀ। ਇੱਕ ਸਵਾਲ ਹੋਰ ਰਹਿ ਗਿਆ ਕਿ ਮਣੀ ਦਾ ਮਸਲਾ ਜਿਹੜਾ ਸੱਪ ਨਾਲ ਹਮੇਸ਼ਾ ਜੁੜਿਆ ਰਿਹਾ, ਨਾਗਮਣੀ ਜਿਹਨੂੰ ਆਪਾਂ ਕਹਿੰਦੇ ਆ, ਕੀ ਇਹ ਸੱਚ ਹੈ? ਇਹ ਹੁੰਦਾ ਕੁਝ, ਜਾਂ ਜਿੱਦਾਂ ਸਪੇਰਿਆਂ ਕੋਲ ਅਕਸਰ ਜਿਹੜਾ ਉਹ ਲੋਕਾਂ ਨੂੰ ਦੱਸਦੇ ਨੇ ਕਿ ਸਾਡੇ ਕੋਲ ਨਾਗਮਣੀ ਹੈ ਤੇ ਇਹਦੇ ਨਾਲ ਪਤਾ ਨਹੀਂ ਕੀ ਇਲਾਜ ਹੋ ਜਾਂਦੇ ਨੇ, ਜਾਂ ਸੱਪ ਦਾ ਜਿਹੜਾ ਡੰਗ ਮਾਰਿਆ, ਜਿਹੜਾ ਉਹਨਾਂ ਦਾ ਜ਼ਹਿਰ ਹੈ ਉਹਨੂੰ ਵੀ ਕੱਢਦੇ ਨੇ, ਇਹ ਕੀ ਅਸਲੀਅਤ ਹੈ? ਦੇਖੋ ਜੀ, ਮੈਂ ਆਪਣੀ ਲਾਈਫ ਦੇ ਵਿੱਚ ਤਕਰੀਬਨ 20 ਕੁ ਸਾਲਾਂ ਦਾ ਮੇਰਾ ਤਜਰਬਾ ਜੀ, ਜਿਹਦੇ ਵਿੱਚ ਮੈਂ ਸਾਰਾ ਕੁਝ ਕਰਕੇ ਦੇਖਿਆ ਜੀ। ਬਹੁਤ ਕੁਝ ਪੜ੍ਹਿਆ ਜੀ, ਬੜੇ ਵੱਡੇ ਪੁਰਾਣੇ ਗ੍ਰੰਥ ਵੀ ਪੜ੍ਹੇ ਨੇ ਜੀ। ਜੇ ਆਪਾਂ ਤੁਸੀਂ ਵਿਸ਼ਵਾਸ ਕਰਕੇ ਮੰਨਿਓ ਤਾਂ ਤਕਰੀਬਨ, ਜੇ ਮੈਂ ਉਂਝ ਦੱਸਣਾ ਚਾਹਾਂ ਨਹੀਂ ਦੱਸ ਸਕਦਾ, ਜੇ ਵੇਟ ਮੁਤਾਬਕ ਦੱਸਾਂ ਤਾਂ ਮੈਂ ਤਕਰੀਬਨ 1.5 ਕੁਇੰਟਲ ਗ੍ਰੰਥ ਪੜ੍ਹ ਚੁੱਕਿਆ ਜੀ। ਤਾਂ ਉਹਦੇ ਵਿੱਚ ਇਹ ਚੀਜ਼ਾਂ ਸੁਣਨ ਨੂੰ, ਦੇਖਣ ਨੂੰ, ਪੜ੍ਹਨ ਨੂੰ ਬਹੁਤ ਵਧੀਆ ਲੱਗਦੀਆਂ ਨੇ। 1 ਫੁੱਟ ਤੋਂ ਲੈ ਕੇ 20 ਫੁੱਟ ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜਗਰ, ਸਰਾਲਾ, ਕਿੰਗ ਕੋਬਰੇ, ਜੋ ਵੀ ਆਪਣੇ ਇੱਧਰ ਇੰਡੀਆ ਦੇ ਜਿੰਨੇ ਵੀ ਸੱਪ ਨੇ ਮੈਂ ਸਾਰੇ ਫੜ ਚੁੱਕਿਆ ਜੀ। ਪਰ ਜੋ ਮਣੀ ਵਾਲਾ ਸਵਾਲ ਹੈ, ਅਸੀਂ ਵੀ ਦੇਖਿਆ ਫਿਲਮਾਂ ਦੇ ਵਿੱਚ, ਬਚਪਨ ਦੇ ਵਿੱਚ ਦੇਖਦੇ ਸੀ, ਬੜਾ ਸੋਹਣਾ ਲੱਗਦਾ ਸੀ ਵੀ ਸਾਨੂੰ ਵੀ ਕਿਤੇ ਮਿਲ ਜੇ। ਹਾਂਜੀ, ਹੁਣ ਅੱਜ ਅਸੀਂ ਕਿਤੇ ਵੀ ਸੱਪ ਫੜਨ ਜਾਂਦੇ ਹਾਂ ਜੀ। ਰਾਤ ਵੀ ਗਏ ਸੀ, ਜਿਸ ਤਰ੍ਹਾਂ ਕਿ ਹੁਣ ਜੂਨ ਦਾ ਮਹੀਨਾ ਚੱਲ ਰਿਹਾ, ਤਕਰੀਬਨ 5-4 ਕਾਲਾਂ ਦਿਨ 'ਚ ਨੇ ਤੇ 5-7 ਕਾਲਾਂ ਰਾਤ ਨੂੰ ਨੇ ਜੀ। ਕਈ ਵਾਰੀ ਆਪਣਾ ਕੰਮ ਛੱਡ ਕੇ ਵੀ ਜਾਣਾ ਪੈਂਦਾ ਜੀ। ਤੇ ਉਹਦੇ ਵਿੱਚ ਜੇ ਸਾਨੂੰ ਕੋਈ ਇਸ ਤਰ੍ਹਾਂ ਦਾ ਮਣੀ ਵਾਲਾ ਸਵਾਲ ਹੋਵੇ ਜੀ, ਠੀਕ ਹੈ ਜੀ, ਫਿਰ ਅਗਲੇ ਨੂੰ ਅਸੀਂ ਤੇਲ ਖਰਚਾ ਤਾਂ ਨਾ ਮੰਗੀਏ ਜੀ, ਕਿ ਸਾਡੇ ਕੋਲ ਤਾਂ ਮਣੀ ਹੈ ਜੀ। ਅਸੀਂ ਅਗਲੇ ਨੂੰ ਨਾਲੇ ਸੱਪ ਫੜ ਕੇ ਲਈਏ, ਨਾਲੇ ਅਗਲੇ ਦੀ ਕੁਛ ਮਦਦ ਕਰਕੇ ਆਈਏ ਜੀ। ਪਰ ਅਸੀਂ ਅਗਲੇ ਨੂੰ ਕਹਿਣਾ ਪੈਂਦਾ ਵੀ ਸਾਨੂੰ ਕੁਛ ਤੇਲ ਖਰਚਾ ਦਿਓ, ਵੀ ਅਸੀਂ ਆਪਣਾ ਸਰਕਲ ਚਲਾਉਣਾ ਹੈ ਜੀ। ਇਹ ਮਣੀ ਵਾਲਾ ਕੋਈ, ਜਿੱਦਾਂ ਤੁਸੀਂ ਕਿਹਾ ਕਿ ਇਹ ਮਤਲਬ ਬੈਨ ਵੀ ਹੈ ਕਿ ਤੁਸੀਂ ਸੱਪ ਇੱਦਾਂ ਰੱਖ ਨਹੀਂ ਸਕਦੇ। ਜੇ ਤੁਸੀਂ ਸੱਪ ਫੜਦੇ ਹੋ, ਉਹਨਾਂ ਦਾ ਕੀ ਕਰਦੇ ਹੋ? ਕਿਉਂਕਿ ਕਾਨੂੰਨ ਦੇ ਵਿੱਚ, ਦਾਇਰੇ ਦੇ ਵਿੱਚ ਵੀ ਆਉਂਦਾ, ਤੇ ਉਹਦੇ ਸੰਬੰਧ 'ਚ ਤੁਸੀਂ ਕੀ ਰੱਖਦੇ ਹੋ? ਜੇ ਅਸੀਂ ਦੇਖੋ, ਇਹ ਮਈ ਜੂਨ ਦੇ ਮਹੀਨੇ, ਮਈ, ਜੂਨ, ਜੁਲਾਈ, ਅਗਸਤ, ਇਹ 4 ਮਹੀਨਿਆਂ ਦਾ ਫੁੱਲ ਸੀਜ਼ਨ ਹੈ ਜੀ ਇਹਨਾਂ ਦਾ। ਅਸੀਂ ਇਸ ਮਹੀਨੇ ਦੇ ਵਿੱਚ ਜੇ ਸੱਪ ਫੜਦੇ ਹਾਂ ਜੀ, ਜਿਵੇਂ ਸਵੇਰੇ ਸੱਪ ਫੜਿਆ ਤਾਂ ਸਾਡਾ ਦਿਲ ਕਰਦਾ ਕਿ ਉਹਨੂੰ ਸ਼ਾਮ ਤੱਕ ਰਿਲੀਜ਼ ਕਰ ਦਈਏ ਜੀ। ਜੇ ਉਹਨੂੰ ਰਾਤ ਕਟਾਉਣੀ ਪੈ ਜਾਂਦੀ ਹੈ ਵਾਇਰ ਡਾਟਾ, ਵੀ ਆਪਾਂ ਕਿਧਰੇ ਕੋਈ ਫਸੇ ਹੋਏ ਆ, ਕਿਧਰੇ ਵੀ ਉਹਨੂੰ ਨਹੀਂ ਛੱਡ ਸਕੇ, ਰਿਲੀਜ਼ ਨਹੀਂ ਕਰ ਸਕੇ, ਤਾਂ ਉਹਨੂੰ ਜੇ ਗਰਮੀ ਹੈ ਤਾਂ ਕੂਲਰ ਅੱਗੇ ਰੱਖੋ, ਜੇ AC ਨਹੀਂ ਤਾਂ ਕੂਲਰ ਅੱਗੇ ਰੱਖਣਾ ਪੈਂਦਾ। AC ਦੇ ਵਿੱਚ ਰੱਖੋ, ਕਿ ਬਹੁਤ ਸੌਫਟ ਹੁੰਦੇ ਆ ਜੀ। 2-4 ਰਾਤਾਂ ਕਟਾਉਣੀਆਂ ਤਾਂ ਬੜੀਆਂ ਮੁਸ਼ਕਲ ਨੇ ਜੀ। ਜੇ ਸਰਦੀ ਹੈ ਤਾਂ ਸਰਦੀ ਦੇ ਵਿੱਚ ਫੜਦੇ ਆ ਜੀ। ਸਰਦੀ ਦੇ ਵਿੱਚ ਤਾਂ ਚਲੋ ਕਦੇ ਕੋਈ ਕੇਸ ਆਉਂਦਾ, ਜਿਵੇਂ ਦਸੰਬਰ, ਜਨਵਰੀ, ਫਰਵਰੀ ਦੇ ਵਿੱਚ ਥੋੜ੍ਹੇ ਕੇਸ ਹੁੰਦੇ ਆ। ਉਹਦੇ ਵਿੱਚ ਤੂੜੀ ਪਾਓ ਜੀ, ਉਹਦੇ ਵਿੱਚ ਰੂੰ ਰੱਖੋ ਜੀ, ਉਹਦੇ ਨੇੜੇ ਜੋ ਵੀ ਆਪਾਂ ਜਿਹਦੇ ਵਿੱਚ ਵੀ ਰੱਖਿਆ ਹੋਇਆ ਉਹਦੇ ਨੇੜੇ 100 ਵਾਟ ਦਾ ਬੱਲਬ ਲਾਓ ਜੀ, ਵੀ ਉਹਨੂੰ ਜੋ ਟੈਂਪਰੇਚਰ ਚਾਹੀਦਾ ਕਿ ਉਹ ਮਿਲੇ ਉਹਨੂੰ, ਤਾਂ ਉਹ ਜਿੰਦਾ ਰਹਿ ਸਕਦਾ ਜੀ। ਜੇ ਆਪਾਂ ਦਿਨੇ ਫੜਿਆ ਤਾਂ ਆਪਣਾ ਦਿਲ ਕਰਦਾ ਕਿ ਉਹਨੂੰ ਸ਼ਾਮ ਨੂੰ, ਜਿਵੇਂ ਤੁਹਾਡੇ ਘਰੋਂ ਫੜ ਲਿਆ ਜੀ, ਕਿਤੇ ਦਫ਼ਤਰ 'ਚੋਂ ਫੜ ਲਿਆ, ਕਿਤੋਂ ਫੜ ਲਿਆ ਜੀ, ਤੇ ਉਹ ਅਗਲੇ ਦਾ ਕੰਮ ਚਾਲੂ ਹੋਗਾ ਕਿ ਉਹਨੂੰ ਆਪਾਂ ਸ਼ਾਮ ਤੱਕ ਕੋਸ਼ਿਸ਼ ਕਰੀਏ ਕਿ ਸਵੇਰੇ ਫੜਿਆ ਕਿ ਸ਼ਾਮ, ਜੇ ਸ਼ਾਮ ਨੂੰ ਫੜਿਆ ਤਾਂ ਸਵੇਰ ਤੱਕ ਉਹਨੂੰ ਛੱਡ ਦਈਏ ਜੀ। ਠੀਕ ਹੈ, ਮਤਲਬ ਤੁਸੀਂ ਜਿਹੜੇ ਸੱਪ ਫੜਦੇ ਹੋ ਉਹਨਾਂ ਨੂੰ ਅਗਲੇ ਸਮੇਂ ਦੇ ਵਿੱਚ ਛੇਤੀ ਉਹਨੂੰ ਰਿਲੀਜ਼ ਕਰ ਦਿੰਦੇ ਹੋ, ਛੱਡ ਦਿੰਦੇ ਹੋ? ਕੁਝ ਘੰਟਿਆਂ ਦੇ ਵਿੱਚ ਵੀ ਛੱਡ। ਹੁਣ ਕੀ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ, ਦਿਖਾ ਸਕਦੇ ਹੋ ਕਿ ਤੁਸੀਂ ਹੁਣ ਤੁਹਾਡੇ ਕੋਲ ਕਿਹੜਾ ਸੱਪ ਹੈ? ਇਹ ਦੇਖੋ ਜੀ, ਇਹ ਜਿਹੜਾ ਇਹ ਸੱਪ ਹੈ ਨੇ, ਇਹਨੂੰ ਜਿਹੜੇ ਸਿਆਣੇ ਬਜ਼ੁਰਗ ਹੁੰਦੇ ਸੀ ਤਾਂ ਇਹਨੂੰ ਪਦਮ ਨਾਮ ਦੇ ਨਾਲ ਜਾਣਦੇ ਨੇ। ਕਿ ਕਹਿੰਦੇ ਨੇ, ਪਦਮ ਪੱਟਨ ਨਾ ਦੇਵੇ ਕਦਮ। ਇਹ ਐਸਾ ਹੁੰਦਾ ਕਿ 5-7 ਮਿੰਟਾਂ ਦੇ ਵਿੱਚ ਹੀ ਬੰਦੇ ਨੂੰ ਕਵਰ ਕਰ ਲੈਂਦਾ ਜੀ। ਇਹ ਸੌਣ ਭਾਦਰੋਂ ਦੇ ਮਹੀਨੇ ਦੇ ਵਿੱਚ ਬੰਦਿਆਂ ਦੀ ਜੁੱਤੀ ਦੇ ਵਿੱਚ ਵੜ ਕੇ ਬੈਠ ਜਾਂਦੇ ਆ ਜੀ। ਇਹ ਬੰਦੇ ਦੀ ਜੁੱਤੀ ਦੇ ਵਿੱਚ ਆਰਾਮ ਦੇ ਨਾਲ ਫਿੱਟ ਹੋ ਜਾਂਦਾ ਜੀ। ਅੱਛਾ। ਕਦੇ ਵੀ ਜੂਨ, ਜੁਲਾਈ, ਅਗਸਤ, ਸਤੰਬਰ ਤੱਕ ਜਦੋਂ ਵੀ ਜੁੱਤੀ ਪਾਉਣੀ ਹੈ ਜੀ, ਹਮੇਸ਼ਾ ਜੁੱਤੀ ਨੂੰ ਡੰਡੇ ਦੇ ਨਾਲ ਚੱਕਣਾ ਹੈ, ਉਹਨੂੰ ਚੰਗੀ ਤਰ੍ਹਾਂ ਝਾੜਨਾ, ਫਿਰ ਜੁੱਤੀ ਪਾਉਣੀ ਹੈ। ਜੁੱਤੀ ਦੇ ਵਿੱਚ ਆਰਾਮ ਦੇ ਨਾਲ ਬੈਠ ਜਾਂਦਾ ਜੀ। ਕਿਦੋਂ ਵੀ ਆਪਣੇ ਘਰ ਦੇ ਵਿੱਚ ਜੂਨ, ਜੁਲਾਈ, ਅਗਸਤ, ਸਤੰਬਰ ਦੇ ਵਿੱਚ ਇਸ ਕਿਸਮ ਦਾ ਸੱਪ ਆ ਗਿਆ ਜੀ, ਪਦਮ, ਤਾਂ ਇਹਨੇ ਜੁੱਤੀ ਦੇ ਵਿੱਚ ਬੜੇ ਆਰਾਮ ਦੇ ਨਾਲ, ਜਿਹੜਾ ਜੁੱਤੀ ਦਾ ਆਪਣਾ ਅਗਲਾ ਹਿੱਸਾ ਹੁੰਦਾ ਨਾ, ਪਿੱਛੋਂ ਦਿਸਦਾ ਹੀ ਨਹੀਂ ਜਿੱਥੇ ਆਪਣੀ ਅੱਡੀ ਜਾਂਦੀ ਹੈ ਜੀ, ਤਾਂ ਉਹਦੇ ਵਿੱਚ ਬੜੇ ਆਰਾਮ ਦੇ ਨਾਲ ਇਹ ਫਿੱਟ ਹੋ ਕੇ ਬੈਠ ਜਾਂਦਾ। ਜਿਉਂ ਹੀ ਬੰਦਾ ਉਹਦੇ ਵਿੱਚ ਪੈਰ ਪਾਉਂਦਾ ਹੈ ਤਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਬੰਦੇ ਜੁੱਤੀ ਪਾਉਣ ਦੇ ਨਾਲ ਮਾਰੇ ਗਏ ਇਸ ਸੱਪ ਦੇ ਨਾਲ। ਇਹ ਜਿੱਦਾਂ ਸੱਪ ਦਿਖਾ ਰਿਹਾ, ਇਹ ਆਪਣੀ ਫੈਲਾ ਰਿਹਾ ਆਪਣਾ, ਤੇ ਉਸ ਤੋਂ ਬਾਅਦ ਇਹਦਾ ਕੀ ਰੀਜ਼ਨ? ਦੇਖੋ ਜੀ, ਲੋਕ ਕਹਿੰਦੇ ਨੇ ਕਿ ਇਹ ਡੰਗ ਮਾਰ ਰਿਹਾ, ਇਹ ਡੰਗ ਨਹੀਂ ਮਾਰ ਰਿਹਾ ਜੀ। ਇਹ ਦੇਖੋ, ਇਹ ਡੰਗ ਨਹੀਂ ਮਾਰਦਾ, ਇਹਦੀ ਆਦਤ ਹੈ। ਹਾਂ, ਬਿਲਕੁਲ ਜੀ।
ਜਿਵੇਂ ਸਪੇਰਾ ਕਹਿੰਦਾ ਇਦਾਂ ਬੀਨ ਹੈ ਨਾ ਜੀ, ਇਹ ਦੇਖੋ ਮਸਤ ਕਰਤਾ ਜੀ, ਇਸ ਤਰ੍ਹਾਂ ਇਦਾਂ ਕੋਈ ਗੱਲਬਾਤ ਨਹੀਂ। ਜਿਸ ਤਰ੍ਹਾਂ ਕਿ ਇਹ ਡੰਗ ਮਾਰਦਾ, ਆਪਾਂ ਇਹ ਨਹੀਂ ਕਦੇ ਸੋਚਣਾ ਵੀ ਇਹ ਡੰਗ ਮਾਰ ਰਿਹਾ ਜੀ। ਦੇਖੋ ਨਾ ਇਹਦੇ ਹੱਥ ਨੇ ਨਾ ਇਹਦੇ ਪੈਰ ਨੇ, ਇਹਦੇ ਕੋਲ ਇੱਕੋ ਹੀ ਰੀਜ਼ਨ ਇੱਕੋ ਹੀ ਹੈ ਜੀ। ਇਹਦਾ ਇੱਕੋ ਹੀ ਕਾਰਨ ਹੈ ਕਿ ਇਹ ਸਿਰਫ ਇਸੇ ਤਰ੍ਹਾਂ ਹੀ ਕਰ ਸਕਦਾ, ਫਨ ਦੇ ਨਾਲ ਹੀ ਜੋ ਵੀ ਮੂਵਮੈਂਟ ਹੈ। ਚਾਹੇ ਸਾਨੂੰ ਮੈਨੂੰ ਪਿਆਰ ਹੀ ਕਰ ਰਿਹਾ ਤਾਂ ਵੀ ਇਹਨੇ ਫਨ ਦੇ ਨਾਲ ਹੀ ਕਰਨਾ ਹੈ, ਚਾਹੇ ਮੈਨੂੰ ਪਿਆਰ ਹੀ ਕਰਦਾ ਹੋਵੇ, ਮਤਲਬ ਭਾਵੇਂ ਗੁੱਸੇ ਦਾ ਜਾਂ ਪਿਆਰ ਦਾ, ਇਹ ਇੱਕ ਅਹਿਸਾਸ ਹੈ ਦਾ। ਜੇ ਇਹਨੇ ਪਿਆਰ ਦਾ ਇਜ਼ਹਾਰ ਵੀ ਕਰਨਾ ਹੈ ਨਾ ਜੀ, ਤਾਂ ਇਹਨੇ ਇਸੇ ਤਰ੍ਹਾਂ ਹੀ ਕਰਨਾ, ਕਿਉਂਕਿ ਦੇਖੋ ਹੋਰ ਅੰਗ ਹੀ ਨਹੀਂ ਹੈਗਾ ਕੋਈ ਨਾ। ਜੇ ਹੱਥ ਹੋਣ ਹੱਥ ਦੇ ਨਾਲ ਇਸ਼ਾਰਾ ਕਰੇ, ਜੇ ਪੈਰ ਹੋਣ ਪੈਰ, ਜੇ ਇਹਨੇ ਪਿਆਰ ਦਾ ਇਜ਼ਹਾਰ ਵੀ ਕਰਨਾ ਤਾਂ ਵੀ ਇਦਾਂ ਹੀ ਕਰਨਾ ਹੈ। ਲੋਕ ਕਹਿੰਦੇ ਡੰਗ ਮਾਰ ਰਿਹਾ, ਨਹੀਂ, ਇਸ ਤਰ੍ਹਾਂ ਡੰਗ ਨਹੀਂ ਮਾਰਦਾ। ਜਦੋਂ ਡੰਗ ਮਾਰਦਾ ਉਹਦਾ ਰਿਐਕਸ਼ਨ ਹੋਰ ਹੁੰਦਾ ਜੀ। ਕੀ ਜਿੱਦਾਂ ਹੁਣ ਇਹ ਸੱਪ ਆਪਣੇ ਕੋਲ ਹੈ, ਇਹਦੇ 'ਚ ਕੀ ਜ਼ਹਿਰ ਹੈਗਾ ਜਾਂ ਜ਼ਹਿਰ ਤੋਂ ਬਿਨਾਂ ਜੇ ਜ਼ਹਿਰ ਕੱਢ ਕੇ ਲਿਆਇਆ ਤੁਸੀਂ, ਇਹਦਾ ਕੀ, ਕਿਉਂਕਿ ਹੁਣ ਇਹਦੇ ਤੋਂ ਖਤਰਾ ਰਹਿੰਦਾ ਆਪਾਂ ਨੂੰ ਹਮੇਸ਼ਾ, ਪਰ ਹੁਣ ਤੁਹਾਡੇ ਸਾਹਮਣੇ ਆ ਇਹਨੇ ਆਪਣੀ ਫਨ ਵੀ ਫੈਲਾਇਆ ਹੋਇਆ ਤੇ ਹੁਣ ਇਹ ਇੱਕ ਤਰ੍ਹਾਂ ਦਾ ਅੱਗੋਂ ਹਮਲਾ ਪ੍ਰਤੀਕਿਰਿਆ ਕਰ ਰਿਹਾ, ਇਹਦੇ 'ਚ ਤੁਸੀਂ ਕੀ, ਇਹਦੇ ਤੋਂ ਆਪਾਂ ਨੂੰ ਕੋਈ ਖਤਰਾ ਨਹੀਂ? ਦੇਖੋ ਜਦੋਂ ਅਸੀਂ ਫੜਦੇ ਆ ਨਾ ਜੀ, ਉਦੋਂ ਇਹ ਹਥਿਆਰਬੰਦ ਹੁੰਦਾ ਜੀ, ਬਹੁਤ ਪੋਇਜ਼ਨ ਹੁੰਦਾ ਜੀ ਇਹਦੇ ਵਿੱਚ। ਤੇ ਇਸ ਟਾਈਮ ਇਹਦੇ ਵਿੱਚ ਰਿਲੀਜ਼ ਇਹਨੂੰ ਜ਼ਹਿਰ ਕੱਢਿਆ ਹੋਇਆ ਜੀ ਇਹਦਾ, ਇਸ ਟਾਈਮ ਜੋ ਆਪਾਂ ਨੂੰ ਕੋਈ ਖਤਰਾ ਨਹੀਂਗਾ ਜੀ ਇਸ ਤੋਂ। ਤੇ ਇਹਦਾ 5-4 ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਜ਼ਹਿਰ ਸੀ ਉਸ ਤਰ੍ਹਾਂ ਹੀ ਫਿਰ ਬਣ ਜਾਣਾ ਜੀ। ਇਸ ਟਾਈਮ ਇਹਦਾ ਕੋਈ ਜ਼ਹਿਰ ਨਹੀਂ ਗਾ ਇਹਦੇ ਵਿੱਚ। ਦੰਦ ਹੈਗੇ ਆ, ਦੰਦੀ ਵੱਢ ਸਕਦਾ, ਪਰ ਆਪਾਂ ਨੂੰ ਦੇਖੋ ਦੰਦੀ ਵੀ ਨਹੀਂ ਵੱਢ ਰਿਹਾ ਜੀ। ਜ਼ਹਿਰ ਜਿਹੜਾ ਕੋਈ ਵੀ ਸੱਪ ਹੈ, ਜਿੱਦਾਂ ਇੱਕ ਵਾਰੀ ਉਹ ਡੰਗ ਮਾਰਦਾ ਜਾਂ ਉਹਦਾ ਇੱਕ ਵਾਰੀ ਤੁਸੀਂ ਜ਼ਹਿਰ ਕੱਢ ਦਿਓ, ਉਹ ਕਿੰਨੇ ਦਿਨਾਂ ਬਾਅਦ ਉਹਦਾ ਦੁਬਾਰਾ ਫਿਰ ਜ਼ਹਿਰ ਜਿਹੜਾ ਇੱਕ ਬੰਦੇ ਦੀ ਮੌਤ ਤੱਕ ਦਾ ਜਿਹੜਾ ਬਣ ਜਾਂਦਾ? ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਮੈਂ ਦੀ ਗੱਲ ਤੁਹਾਨੂੰ ਦੱਸਦਾ ਜੀ, ਕਿ ਸੁਣਦਾ ਹੀ ਮੈਂ ਆ ਰਿਹਾ ਕਿ 10 ਦਿਨਾਂ ਬਾਅਦ, ਹਫ਼ਤੇ ਬਾਅਦ ਜ਼ਹਿਰ ਬਣਦਾ ਬੰਦੇ ਨੂੰ ਮਾਰਨ ਦਾ। ਪਰ ਜੇ ਜੋ ਮੈਂ ਸਰਚ ਕੀਤਾ ਜੀ ਆਪਣੀ ਲਾਈਫ ਦੇ ਵਿੱਚ, ਜੋ 20 ਸਾਲਾਂ ਦਾ ਮੇਰਾ ਤਜਰਬਾ ਜੀ, ਮੈਨੂੰ ਇੰਨਾ ਕੁ ਪਤਾ ਕਿ ਤੀਸਰੇ ਦਿਨ ਇੱਕ ਬੰਦਾ ਮਾਰਨ ਵਾਸਤੇ ਇਹਦੇ ਵਿੱਚ ਫੇਰ ਇਕੱਠਾ ਜ਼ਹਿਰ ਹੋ ਜਾਂਦਾ, ਕਿਉਂਕਿ ਉਹ ਕੁਦਰਤ ਨੇ ਸਿਸਟਮ ਲਾਇਆ ਜੀ। ਇੰਨੀ ਜਲਦੀ ਜਿਹੜਾ ਦੁਬਾਰਾ ਜ਼ਹਿਰ ਬੰਦਾ ਮਾਰਨ ਤੱਕ ਦਾ ਬਣ ਸਕਦਾ ਹੈ ਵਾਸਤੇ। ਦੂਸਰੇ ਤੀਸਰੇ ਦਿਨ ਬਾਅਦ ਕਈ ਬੰਦੇ ਇਸੇ ਵਹਿਮ 'ਚ ਮਰ ਗਏ, ਫੜਨ ਵਾਲੇ ਵੀ ਕਈ ਬੰਦੇ, ਕਈ ਛਪੇਰੇ ਹਜ਼ਾਰਾਂ ਜੋਗੀ ਇਸੇ ਸਿਲਸਿਲੇ 'ਚ ਮਰ ਗਏ ਕਿ ਇਹਦਾ 8 ਦਿਨਾਂ ਬਾਅਦ ਜ਼ਹਿਰ ਮਰੇਗਾ, ਕਿਉਂਕਿ ਉਹਨਾਂ ਦੀ ਕੋਈ ਪੜ੍ਹਾਈ ਨਹੀਂ ਹੁੰਦੀ, ਕੋਈ ਨੌਲੇਜ ਨਹੀਂ, ਕੋਈ ਸਰਚਿੰਗ ਨਹੀਂ ਉਹਨਾਂ ਦੀ। ਦੇਖੋ ਅਸੀਂ ਇਹ ਗੱਲ ਕਹਿੰਦੇ ਹਾਂ, ਡੂ ਗੁੱਡ ਐਂਡ ਫਾਰਗੇਟ ਅਬਾਊਟ ਇਟ, ਸਲੋ ਸਟੱਡੀ ਵਿਨਸ ਦਾ ਰੇਸ। ਠੀਕ ਹੈ ਨਾ ਜੀ ਸਰ। ਹੁਣ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਇਹਦੇ ਵਿੱਚ ਕੁਦਰਤ ਨੇ ਉਹ ਸਿਸਟਮ ਫਿੱਟ ਕੀਤਾ ਹੈ। 2 ਦਿਨਾਂ ਦੇ ਵਿੱਚ ਇੱਕ ਬੰਦਾ ਮਾਰਨ ਵਾਸਤੇ ਇਹਦੇ ਵਿੱਚ ਜ਼ਹਿਰ ਤਿਆਰ ਹੋ ਜਾਂਦੀ ਹੈ ਜੀ। ਜ਼ਹਿਰ ਜਿੱਦਾਂ ਤੁਸੀਂ ਕਿਹਾ, ਇਹਨੂੰ ਫਿਰ ਇਹਦਾ ਜ਼ਹਿਰ ਕੱਢਦੇ ਕਿਵੇਂ ਹੋ ਤੁਸੀਂ? ਅਸੀਂ ਤਾਂ ਜ਼ਹਿਰ ਖੜਦੇ ਹਾਂ ਜਦੋਂ ਉਹਨੂੰ ਫੜ ਲੈਂਦੇ ਹਾਂ ਜੀ। ਜਿਸ ਤਰ੍ਹਾਂ ਕਿ ਹੁਣ ਅੱਜ ਆਪਾਂ ਸਟੂਡੀਓ ਦੇ ਵਿੱਚ ਆਏ ਹਾਂ, ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਆਏ ਹਾਂ ਵੀ ਚਲੋ ਦਰਸ਼ਕਾਂ ਨੂੰ ਪਤਾ ਲੱਗ ਜੇ, ਨੌਲੇਜ ਮਿਲ ਜੇ, ਕਿਸੇ ਦੀ ਜ਼ਿੰਦਗੀ ਬਚ ਜੇ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰੇ ਕੋਈ ਬੰਦਾ, ਘਰਾਂ ਦੇ ਵਿੱਚ ਬੋਤਲਾਂ 'ਚ ਨਾ ਪਾਵੇ, ਪੀਪੀਆਂ 'ਚ ਨਾ ਪਾਵੇ, ਥੈਲਿਆਂ 'ਚ ਨਾ ਪਾਵੇ, ਉਹਨੂੰ ਫੜਨ ਦੀ ਕੋਸ਼ਿਸ਼ ਨਾ ਕਰੇ। ਇਸ ਕਰਕੇ ਜਿਸ ਤਰ੍ਹਾਂ ਕਿ ਅਸੀਂ ਹੁਣ ਤੁਹਾਡੇ ਸਟੂਡੀਓ ਦੇ ਵਿੱਚ ਆਏ ਹਾਂ, ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਵੇਂ ਹੁਣ ਇਹਦਾ ਜ਼ਹਿਰ ਕੱਢਿਆ, ਮਜਬੂਰੀ ਦੇ ਨਾਲ ਕੱਢਿਆ ਕਿ ਹੁਣ ਅਸੀਂ ਇਸ ਤਰ੍ਹਾਂ ਆਪਾਂ ਸਟੂਡੀਓ ਦੇ ਵਿੱਚ ਲੈ ਕੇ ਜਾਣਾ ਸੀ, ਨਹੀਂ ਅਸੀਂ ਜਿੱਦਾਂ ਫੜਦੇ ਹਾਂ ਉਸੇ ਤਰ੍ਹਾਂ ਹੀ ਛੱਡ ਦਿੰਦੇ ਹਾਂ ਜੀ। ਜ਼ਹਿਰ ਕੱਢਣ ਦਾ ਤਰੀਕਾ ਜਿਹੜਾ ਉਹ ਕਿਵੇਂ ਦਾ ਹੈ? ਸਿਰ ਦੇ ਉੱਤੋਂ ਫੜ ਕੇ ਜੀ, ਤੇ ਅਸੀਂ ਫਿਰ ਉਹ ਕੱਪੜੇ ਦੇ ਨਾਲ ਜ਼ਹਿਰ ਕੱਢਦੇ ਹਾਂ ਜੀ। ਠੀਕ ਹੈ। ਜਿਵੇਂ ਸਾਡੇ ਦਰਸ਼ਕ ਦੇਖ ਰਹੇ ਨੇ ਕਿ ਤੁਹਾਡੇ ਸਾਹਮਣੇ ਪ੍ਰਿਤਪਾਲ ਜੀ ਨੇ ਦੱਸਿਆ ਕਿ ਸੱਪ ਜਿਹੜਾ ਉਹ ਬਹੁਤ ਹੀ ਜ਼ਹਿਰੀਲਾ ਹੁੰਦਾ ਹੈ ਤੇ ਇੱਕ ਮੌਤ ਦਾ ਕਾਰਨ ਅਕਸਰ ਅਸੀਂ ਦੇਖਦੇ ਹਾਂ ਬਣਦਾ, ਤੇ ਉਹਦੇ ਵਿੱਚ ਬਹੁਤ ਸਾਰੇ ਇਹਤਿਆਤ ਨੇ, ਜਿਹੜੀ ਮੁੱਢਲੀ ਸਹਾਇਤਾ ਹੈ ਉਹਦੇ ਨਾਲ ਅਸੀਂ ਬੰਦੇ ਨੂੰ ਬਚਾ ਸਕਦੇ ਹਾਂ। ਤੇ ਇਹਨਾਂ ਦੱਸਿਆ ਕਿ ਜਿਹੜਾ ਸੱਪ ਹੈ ਅਕਸਰ ਜਿਹੜਾ ਕਾਰਨ ਬਣਦਾ, ਜੁੱਤੀ ਦੇ ਵਿੱਚ ਜਿਹੜੇ ਸੱਪ ਨੇ ਉਹ ਆਪਣੀ ਸ਼ਰਨ ਲੈ ਲੈਂਦੇ ਨੇ, ਤੇ ਉਸ ਤੋਂ ਬਾਅਦ ਜਦੋਂ ਕੋਈ ਵੀ ਵਿਅਕਤੀ ਉਹ ਆਪਣੀ ਜੁੱਤੀ ਪਾ ਲੱਗਦਾ ਤੇ ਉਹ ਸੱਪ ਡੰਗ ਜਾਂਦਾ, ਕਿਉਂਕਿ ਉਹ ਆਪਣੇ ਬਚਾਅ ਦੇ ਵਿੱਚ ਇਸ ਤਰ੍ਹਾਂ ਕਰਦਾ। ਸੋ ਇਹਨਾਂ ਦੇ ਮੁਤਾਬਕ ਬਹੁਤ ਸਾਰੇ ਜਾਨਾਂ ਜਿਹੜੀਆਂ ਨੇ ਉਹ ਇਸ ਤਰੀਕੇ ਨਾਲ ਮੁੱਢਲੀ ਸਹਾਇਤਾ ਤੇ ਇਸ ਜਿਹੜਾ ਤੁਸੀਂ ਧਿਆਨ ਰੱਖ ਕੇ ਬਚਾ ਸਕਦੇ ਹਾਂ ਅਸੀਂ। ਤੇ ਅਸੀਂ ਸੋਚਦੇ ਹਾਂ ਕਿ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਜਿਨ੍ਹਾਂ ਨੇ ਇਹ ਸਟੱਡੀ ਕਰਕੇ ਇੱਥੋਂ ਤੱਕ ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ। ਅਜੀਤ ਵੈਬ ਟੀਵੀ ਤੋਂ ਗੁਰਪ੍ਰੀਤ ਸਿੰਘ ਚੱਠਾ, ਪਟਿਆਲਾ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।